ਹੈਲੋ ਐਵਰੀਵਨ। ਗੈਸ ਮੈਟੋਰ ਦੇ ਅਫੀਸ਼ੀਅਲ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 21ਵਾਂ ਦੇਖਣ ਲੱਗੇ ਹਾਂ। ਅੱਜ ਮੈਂ ਤੁਹਾਡਾ ਟੈਸਟ ਲਵਾਂਗਾ। ਅੱਜ ਮੇਰਾ ਤੀਜਾ ਟੈਸਟ ਹੈ। ਪਿਛਲੇ ਹਫਤੇ ਮੈਂ ਟੈਸਟ ਲਿੱਤਾ ਸੀ। 50 ਕੁਐਸਚਨ ਦਾ ਟੈਸਟ ਹੋਏਗਾ। ਮਲਟੀਪਲ ਚੋਇਸ ਕੁਐਸਚਨਸ ਹੋਣਗੇ। ਅਤੇ ਜਿਹੜੇ ਬੱਚੇ ਵੀਡੀਓ ਦੇਖ ਰਹੇ ਹਨ ਉਹ ਕਮੈਂਟ ਸੈਕਸ਼ਨ 'ਚ ਜ਼ਰੂਰ ਮੈਨੂੰ ਦੱਸਣ ਕਿ ਤੁਹਾਡੇ ਕਿੰਨੇ ਕੁਐਸਚਨ ਠੀਕ ਨੇ। ਠੀਕ ਹੈ ਫਰੈਂਡਸ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ। ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਸੈਕਸ਼ਨ ਟੈਸਟਸ ਪ੍ਰੋਵਾਈਡ ਕੀਤੇ ਜਾ ਰਹੇ ਨੇ। ਅਤੇ ਜਿਹੜੇ ਬੱਚੇ ਖਰੀਦਣਾ ਚਾਹੁੰਦੇ ਨੇ ਉਹ www.gilsmentor.test.com 'ਤੇ ਜਾ ਕੇ ਖਰੀਦ ਸਕਦੇ ਨੇ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਨੇ। ਪਹਿਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਫਿਕਸਡ ਐਸਟ। ਕਿਹੜਾ ਇਹਨਾਂ 'ਚੋਂ ਫਿਕਸਡ ਐਸਟ ਨਹੀਂ ਹੈ? ਬਿਲਡਿੰਗ, ਬੈਂਕ ਬੈਲੈਂਸ, ਪਲਾਂਟ, ਗੁਡਵਿਲ। ਕਿਹੜਾ ਆਪਸ਼ਨ ਠੀਕ ਹੈ? 5 ਸੈਕਿੰਡ ਤੁਹਾਡੇ ਕੋਲ। ਇਹ ਹੋਏਗਾ ਬੈਂਕ ਬੈਲੈਂਸ। ਬੈਂਕ ਬੈਲੈਂਸ ਕੀ ਹੈ? ਕਰੰਟ ਐਸਟ ਹੈ। ਕਰੰਟ ਐਸਟ ਦਾ ਮਤਲਬ ਕੀ ਹੋਇਆ? ਵਿਦਿਨ 1 ਈਅਰਲੀ ਹੈ। ਬੈਂਕ ਬੈਲੈਂਸ ਘਟਦਾ ਵੱਧਦਾ ਰਹਿੰਦਾ। ਠੀਕ ਹੈ ਫਰੈਂਡਸ। ਬਾਕੀ ਜਿਹੜੀ ਬਿਲਡਿੰਗ ਹੈ, ਪਲਾਂਟ ਹੈ ਅਤੇ ਗੁਡਵਿਲ ਉਹ ਫਿਕਸਡ ਐਸਟ ਨੇ। ਬਿਲਡਿੰਗ, ਪਲਾਂਟ ਟੈਂਜੀਬਲ ਫਿਕਸਡ ਐਸਟ ਨੇ। ਗੁਡਵਿਲ ਕੀ ਹੈ? ਇਨਟੈਂਜੀਬਲ ਫਿਕਸਡ ਐਸਟ ਹੈ। ਗੁਡਵਿਲ ਕੀ ਹੁੰਦੀ ਹੈ? ਰੈਪੂਟੇਸ਼ਨ ਹੁੰਦੀ ਹੈ ਜੋ ਸਾਨੂੰ ਦਿਖਾਈ ਨਹੀਂ ਦਿੰਦੀ, ਇਸ ਕਰਕੇ ਉਹ ਇਨਟੈਂਜੀਬਲ ਫਿਕਸਡ ਐਸਟ ਹੈ। ਪਲਾਂਟ ਐਂਡ ਬਿਲਡਿੰਗ ਕੀ ਹੈ? ਉਹ ਫਿਕਸਡ ਐਸਟ ਨੇ, ਉਹ ਲੌਂਗ ਟਰਮ ਲਈ ਚੱਲਦੇ ਨੇ। ਉਹ ਟੈਂਜੀਬਲ ਫਿਕਸਡ ਐਸਟ ਨੇ ਜੋ ਸਾਨੂੰ ਦਿਖਾਈ ਦਿੰਦੇ ਨੇ। ਬਿਲਡਿੰਗ ਦਿਖਾਈ ਦਿੰਦੀ ਹੈ, ਪਲਾਂਟ ਦਿਖਾਈ ਦਿੰਦਾ ਹੈ। ਠੀਕ ਹੈ ਫਰੈਂਡਸ। ਸੈਕਿੰਡ ਕੁਐਸਚਨ ਹੈ, ਗਰੋਸ ਪ੍ਰੋਫਿਟ ਇਜ਼ ਦਾ ਡਿਫਰੈਂਸ ਬਿਟਵੀਨ। ਗਰੋਸ ਪ੍ਰੋਫਿਟ ਕਿਹਦੇ ਨਾਲ ਨਿਕਲਦਾ? ਕਿਹੜੇ ਡਿਫਰੈਂਸ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਸਾਡਾ ਗਰੋਸ ਪ੍ਰੋਫਿਟ ਆਇਆ ਹੈ? ਪਹਿਲਾ ਆਪਸ਼ਨ ਹੈ ਨੈਟ ਸੇਲ ਐਂਡ ਕੋਸਟ ਆਫ ਗੁੱਡ ਸੋਲਡ। ਦੂਜਾ ਹੈਗਾ ਪੈਟ ਐਂਡ ਡਿਵੀਡੈਂਡਸ। ਤੀਜਾ ਹੈਗਾ ਨੈਟ ਸੇਲ ਐਂਡ ਕੋਸਟ ਆਫ ਪ੍ਰੋਡਕਸ਼ਨ। ਚੌਥਾ ਹੈਗਾ ਨੈਟ ਸੇਲ ਐਂਡ ਡਾਇਰੈਕਟ ਕੋਸਟ ਆਫ ਪ੍ਰੋਡਕਸ਼ਨ। ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ 'ਚੋਂ? A, B, C, D। 5 ਸੈਕਿੰਡ ਤੁਹਾਡੇ ਕੋਲ। ਇਹ ਹੋਏਗਾ ਆਪਸ਼ਨ A ਕਿਉਂ ਹੋਏਗਾ? ਕਿਉਂਕਿ ਕੋਸਟ ਆਫ ਗੁੱਡ ਸੋਲਡ ਕੀ ਕਹਿੰਦਾ ਹੈ? ਓਪਨਿੰਗ ਪਲੱਸ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟੋਕ। ਠੀਕ ਹੈ। ਜੇ ਮੇਰੀ ਗੁੱਡਸ ਨਾਲੋਂ ਵੈਲਿਊ ਨੈਟ ਸੇਲ ਦੀ ਜ਼ਿਆਦਾ ਹੋਏਗੀ ਤਾਂ ਹੀ ਮੇਰਾ ਪ੍ਰੋਫਿਟ ਨਿਕਲੇਗਾ, ਗਰੋਸ ਪ੍ਰੋਫਿਟ। ਸੋ ਨੈਟ ਸੇਲ ਮਾਈਨਸ ਕੋਸਟ ਆਫ ਗੁੱਡ ਸੋਲਡ ਇਜ਼ ਦਾ ਗਰੋਸ ਪ੍ਰੋਫਿਟ। ਠੀਕ ਹੈ। ਗਰੋਸ ਪ੍ਰੋਫਿਟ ਤਾਂ ਹੀ ਨਿਕਲੇਗਾ ਨਾ। ਕੋਸਟ ਆਫ ਗੁੱਡ ਸੋਲਡ ਜੇ ਮੇਰੀ ਵੈਲਿਊ ਘੱਟ ਹੋਏ, ਇਹਦੀ ਵੈਲਿਊ ਘੱਟ ਹੋਏਗੀ ਮੇਰੀ ਨੈਟ ਸੇਲ ਨਾਲੋਂ। ਠੀਕ ਹੈ ਫਰੈਂਡਸ। ਇਹ ਕਿਸ ਸਾਨੂੰ ਪਤਾ ਲੱਗਦਾ ਹੈ? ਸਾਨੂੰ ਟਰੇਡਿੰਗ ਅਕਾਊਂਟ 'ਚ ਪਤਾ ਲੱਗਦਾ। ਠੀਕ ਹੈ। ਟਰੇਡਿੰਗ ਅਕਾਊਂਟ ਵਿੱਚ ਪਤਾ ਲੱਗਦਾ। ਸੋ ਇਹ ਆਪਸ਼ਨ ਆ ਜਾਏਗਾ। ਇਹ ਆਪਸ਼ਨ ਰਿਕਾਰਡਿੰਗ ਆਫ ਕੈਪੀਟਲ ਕੰਟਰੀਬਿਊਟ ਬਾਏ ਦਾ ਓਨਰਸ ਲਾਇਬਿਲਿਟੀ ਇੰਸ਼ੋਰ ਦੀ ਅਡੈਰੈਂਸ ਪ੍ਰਿੰਸੀਪਲ ਆਫ। ਕਿਹੜਾ ਪ੍ਰਿੰਸੀਪਲ ਹੈ ਇਹ? ਜਿੱਦਾਂ ਸਾਨੂੰ ਪਤਾ ਲੱਗਦਾ ਜਿਹੜੀ ਕੈਪੀਟਲ ਇਨਵੈਸਟ ਕਰ ਰਿਹਾ ਬਿਜ਼ਨਸ ਦਾ ਮਾਲਕ, ਉਹ ਉਹਦੀ ਇੱਕ ਤਰ੍ਹਾਂ ਦੀ ਦੇਣਦਾਰੀ ਹੈ। ਕਿਹੜੇ ਕੰਸੈਪਟ ਤੋਂ ਸਾਨੂੰ ਪਤਾ ਲੱਗਦਾ? ਡਬਲ ਐਂਟਰੀ ਸਿਸਟਮ, ਗੋਇੰਗ ਕੰਸਰਨ ਸਿਸਟਮ, ਸੈਪਰੇਟ ਐਂਟਰੀ ਸਿਸਟਮ, ਮਟੀਰੀਅਲਿਟੀ ਸਿਸਟਮ। ਇਹਦਾ ਆਨਸਰ ਆਏਗਾ ਸੈਪਰੇਟ ਐਂਟਰੀ ਸਿਸਟਮ। ਸੈਪਰੇਟ ਐਂਟਰੀ ਕੀ ਕਹਿੰਦਾ? ਬਿਜ਼ਨਸ ਅਲੱਗ ਹੈ, ਪਰਸਨਲ ਲਾਈਫ ਅਲੱਗ ਹੈ। ਬਿਜ਼ਨਸ ਦਾ ਕੋਈ ਖਰਚਾ ਜਿਹੜਾ ਉਹਨੇ ਪਰਸਨਲ ਲਾਈਫ ਲਈ ਕੀਤਾ ਉਹ ਉਹਦਾ ਦੇਣਦਾਰ ਹੈ। ਠੀਕ ਹੈ। ਅਤੇ ਬਿਜ਼ਨਸ ਲਈ ਕੋਈ ਕੈਪੀਟਲ ਇਨਵੈਸਟ ਕੀਤੀ ਜਿਸ ਵਿੱਚ ਕੁਝ ਪੂੰਜੀ ਉਹਨੇ ਆਪ ਲਾਈ, ਕੁਝ ਉਹਨੇ ਲਾਇਬਿਲਿਟੀ ਪੈਸਾ ਲੈ ਕੇ ਲਾਈ। ਜਿਹੜਾ ਉਹਨੇ ਪੈਸਾ ਲੈ ਕੇ ਲਾਈ ਉਹਦਾ ਵੀ ਉਹ ਦੇਣਦਾਰ ਹੈ। ਸੋ ਇੱਕ ਤਰ੍ਹਾਂ ਦੀ ਓਨਰਸ ਦੀ ਲਾਇਬਿਲਿਟੀ ਹੈ। ਓਨਰਸ ਦੀ ਲਾਇਬਿਲਿਟੀ ਕੀ ਹੈ? ਜਿਹੜੀ ਉਹਨੇ ਕੈਪੀਟਲ ਇਨਵੈਸਟ ਕੀਤੀ ਹੈ ਆਪਣੇ ਬਿਜ਼ਨਸ ਵਿੱਚ। ਸੋ ਇਹਦਾ ਆਪਸ਼ਨ ਕਿਹੜਾ ਆ ਜਾਏਗਾ? C। ਬੇਸਿਕ ਕੰਸੈਪਟ ਰਿਲੇਟਿਡ ਟੂ ਬੈਲੈਂਸ ਸ਼ੀਟ। ਕਿਹੜੇ ਕੰਸੈਪਟ ਰਿਲੇਟਿਡ ਹੈ ਬੈਲੈਂਸ ਸ਼ੀਟ ਲਈ? ਕੋਸਟ ਕੰਸੈਪਟ, ਬਿਜ਼ਨਸ ਐਂਟੀਟੀ ਕੰਸੈਪਟ, ਅਕਾਊਂਟਿੰਗ ਪੀਰੀਅਡ ਕੰਸੈਪਟ, ਬੋਥ A ਐਂਡ B। 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ D, ਬੋਥ A ਐਂਡ B। ਬਿਜ਼ਨਸ ਐਂਟੀਟੀ ਕੰਸੈਪਟ ਤੁਹਾਨੂੰ ਮੈਂ ਹੁਣੇ ਸਮਝਾ ਕੇ ਹਟਿਆ। ਬਿਜ਼ਨਸ ਅਤੇ ਪਰਸਨਲ ਲਾਈਫ ਬਾਰੇ ਉਹ ਤਾਂ ਆਏਗਾ ਹੀ ਆਏਗਾ। ਠੀਕ ਹੈ। ਬਿਜ਼ਨਸ ਦੀ ਸਾਰੀ ਟ੍ਰਾਂਜੈਕਸ਼ਨਸ ਮੇਰੀ ਬੈਲੈਂਸ ਸ਼ੀਟ 'ਚ ਆਉਣਗੀਆਂ। ਠੀਕ ਹੈ। ਕੋਸਟ ਕੰਸੈਪਟ ਕੀ ਹੈ? ਕੋਸਟ ਕੰਸੈਪਟ ਮਤਲਬ ਹਿਸਟੋਰੀਕਲ ਵੈਲਿਊ ਮੈਂ ਲਵਾਂਗਾ, ਸਾਰੀ ਵੈਲਿਊਜ਼ ਮੈਂ ਕੋਸਟ ਵਾਲੀ ਸਾਰੀ ਵੈਲਿਊਜ਼ ਲਵਾਂਗਾ। ਠੀਕ ਹੈ। ਹਿਸਟੋਰੀਕਲ ਵੈਲਿਊ ਮੈਂ ਸਾਰੀ ਟ੍ਰਾਂਜੈਕਸ਼ਨਸ 'ਚ ਲਵਾਂਗਾ, ਭਾਵੇਂ ਉਹ ਐਸੈਟਸ ਹੈ, ਭਾਵੇਂ ਹਿਸਟੋਰੀਕਲ ਵੈਲਿਊ ਵੀ ਲਵਾਂਗਾ ਅਤੇ ਨੋਰਮਲ ਜਿਹੜੀ ਕਰੰਟ ਵੈਲਿਊ ਉਹ ਵੀ ਲਵਾਂਗਾ। ਉਹਨੂੰ ਕਹਿੰਦੇ ਨੇ ਕੋਸਟ ਕੰਸੈਪਟ। ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਦ ਬੇਸਿਕ ਕੰਸੈਪਟ ਰਿਲੇਟਿਡ ਟੂ ਪੀ ਐਲ ਅਕਾਊਂਟ ਆਰ। ਬੇਸਿਕ ਕੰਸੈਪਟ ਕਿਹੜੇ ਰਿਲੇਟਿਡ ਹੈ ਪੀ ਐਲ ਅਕਾਊਂਟ ਲਈ? ਰਿਲਾਈਜੇਸ਼ਨ ਕੰਸੈਪਟ, ਮੈਚਿੰਗ ਕੰਸੈਪਟ, ਕੋਸਟ ਕੰਸੈਪਟ, ਬੋਥ A ਐਂਡ B। ਇਹਨਾਂ ਦੋਨਾਂ 'ਚ ਫਰਕ ਹੈ। ਜਿਹੜਾ ਆਪਾਂ ਨੇ ਬੈਲੈਂਸ ਸ਼ੀਟ ਪੜ੍ਹੀ ਹੈ ਉਹ 'ਚ ਆਪਣਾ ਕੋਸਟ ਬਿਜ਼ਨਸ ਐਂਟੀਟੀ ਕੰਸੈਪਟ ਕਿਉਂ ਲਿੱਤਾ? ਕਿਉਂਕਿ ਕੋਸਟ ਜਿਹੜੀ ਉਹਦੀ ਐਕਚੁਅਲ ਵੈਲਿਊ ਹੈ ਉਹੀ ਆਪਾਂ ਨੇ ਪਾਉਣੀ ਹੈ ਉਸ ਵਿੱਚ। ਅਤੇ ਬਿਜ਼ਨਸ ਐਂਟੀਟੀ ਕੰਸੈਪਟ ਕੀ ਕਹਿੰਦਾ ਹੈ? ਬਿਜ਼ਨਸ ਦੀ ਗੱਲ ਕਰ ਰਿਹਾ ਤਾਂ ਉਹ ਬੈਲੈਂਸ ਸ਼ੀਟ ਕਿਹਦੀ ਬਣੇਗੀ? ਬਿਜ਼ਨਸ ਦੀ ਬਣੇਗੀ। ਤਾਂ ਉਹਦੇ ਦੋ ਕੰਸੈਪਟ ਲੱਗੇ ਨੇ। ਉਹਦੇ PL ਅਕਾਊਂਟ ਦੀ ਗੱਲ ਕੀਤੀ ਹੈ। ਧਿਆਨ ਨਾਲ ਦੇਖਿਓ ਅਤੇ ਉਸ 'ਚ ਦੱਸੋ ਮੈਨੂੰ ਰਿਲਾਈਜੇਸ਼ਨ ਕੰਸੈਪਟ ਲੱਗੇਗਾ, ਮੈਚਿੰਗ ਕੰਸੈਪਟ ਲੱਗੇਗਾ, ਕੋਸਟ ਕੰਸੈਪਟ ਲੱਗੇਗਾ, ਬੋਥ A ਐਂਡ B ਲੱਗੇਗਾ। ਕਿਹੜਾ ਆਪਸ਼ਨ ਠੀਕ ਹੋਏਗਾ ਇਹ 'ਚੋਂ? 5 ਸੈਕਿੰਡ ਤੁਹਾਡੇ ਕੋਲ।
ਉਰੇ ਹੋਏਗਾ ਬੋਥ ਏ ਐਂਡ ਬੀ। ਬੋਥ ਏ ਐਂਡ ਬੀ ਕਿਉਂ ਹੋਏਗਾ? ਕਿਉਂਕਿ ਰਿਲਾਈजेशन ਕੰਸੈप्ट ਹੀ ਲੱਗੇਗਾ। ਜਿੰਨੀ ਐਕਚੁਅਲ ਵੈਲਿਊ ਰਿਲਾਈਜ਼ ਹੋ ਰਹੀ ਹੈ ਉਨੀ ਵੈਲਿਊ ਪਾਵਾਂਗੇ। ਸਪੋਜ਼ ਕਰੋ मैंने कोई सेल की, ठीक है, कुछ जो एडवांस देगा सेल ऊपर तो कुछ क्रेडिट ते है, ठीक है, क्रेडिट ते जो एडवांस देगा वो मैं अमाउंट पावांगा, उन्होंने मैं एक तरह नाल सेल मन्नांगा, ठीक है। तो अगर रिलाइजेशन कंसैप्ट, ठीक है, कोई रेंट मैंने एडवांस से पे करता वो भी मैं पावांगा, ठीक है, वो मैं रेंट विचों माइनस करांगा, ठीक है, तो प्रीपेड रेंट भी पावांगा, ठीक है। वो सारे कंसैप्ट पावांगा जो मेरी रिलाइजेशन नाल रिलेटेड है, मतलब कि जो रिलाइज हो रहे हैं, ठीक है। मैचिंग कंसैप्ट मतलब कि पर्टिकुलर ईयर विच पर्टिकुलर मतलब कि एक साल के अंदर अंदर जेडे एक्सपेंसिस हो रहे हैं तो जी इनकम जनरेट हो रही ने वो सारी वैल्यूज मैं एक साल के अंदर अंदर ही पावांगा, ठीक है, एक साल के अंदर अंदर ही पावांगा। मैं अगले साल नहीं लैके जावांगा, उन्होंने की कहते हैं मैचिंग कंसैप्ट। सो बोथ ए एंड बी, पी एंड अकाउंट से आप इंडायरैक्ट एक्सपेंसिस दिखाने ने तो इनकम्स दिखाने आप, ठीक है, इनकम्स आप दिखाने, ठीक है। उरे केड़ा कंसैप्ट लग गया? मैचिंग कंसैप्ट। रिलाइजेशन क्यों पता लग गया? इंडायरैक्ट एक्सपेंसिस सारे पाने ने जो जोड़े रिलाइज हो चुके हैं, मतलब कि, ठीक है। प्रीपेड रेंट पाता, ठीक है ना, प्रीपेड रेंट आप माइनस कर देंगे जो एडवांस पे करता अपने, ठीक है ना, और रेंट तो माइनस हो जाएगा, मतलब कि एडजस्टिड वैल्यू आएगी रेंट की, ठीक है, कोई भी वैल्यू है, ठीक है। प्रीपेड रेंट की तरह का साडा की एसैट है, ठीक है, एसैट बन जाता प्रीपेड रेंट जोड़ा, क्योंकि एडवांस पे करता एक तरह का एसैट बन जाता वो, ठीक है फ्रेंड्स। ओनली द सिग्निफिकेंट इवेंट्स, 6वां क्वेश्चन है, ओनली द सिग्निफिकेंट इवेंट्स विच अफेक्ट द बिजनेस मस्ट बी रिकॉर्डेड हैज़ पर द प्रिंसीपल ऑफ। सिर्फ वही इवेंट्स अफेक्ट करते हैं बिजनेस ਨੂੰ। ਕਿਹੜੇ ਇਵੈਂट्स ਇਫੈਕਟ ਜਿਹੜੇ ਸਿਰਫ ਉਹੀ ਇਵੈਂट्स मतलब कुछ इंपोर्टेंट इवेंट्स ही इफेक्ट करते हैं बिजनेस ਨੂੰ। ਤੇ ਕਿਹੜਾ ਪ੍ਰਿੰਸੀਪਲ ਕਹਿੰਦਾ ਕਿ ਸਿਰਫ ਉਹੀ ਨਾ ਮਾਤਰ मतलब कि सिर्फ बिजनेस ਦਾ डायरैक्ट रिलेशन है ਉਹਦੇ ਨਾਲ बिजनेस ਦਾ। ਕਿਹੜਾ ਕੰਸੈਪਟ ਕਹਿੰਦਾ ਹੈ? ਸੈਪਰੇਟ ਐਂਟੀ ਕੰਸੈਪਟ ਕਹਿੰਦਾ, ਅਕਰੂਲ ਕੰਸੈਪਟ ਕਹਿੰਦਾ, ਮਟੀਰੀਅਲਿਟੀ ਕੰਸੈਪਟ ਕਹਿੰਦਾ, ਗੋਇੰਗ ਕੰਸਰਨ ਕੰਸੈਪਟ ਕਹਿੰਦਾ, ਦੱਸੋ। ਉਹਦਾ ਆਪਸ਼ਨ ਆ ਜਾਏਗਾ ਮਟੀਰੀਅਲਿਟੀ, ਠੀਕ ਹੈ ਨਾ। ਮਟੀਰੀਅਲਿਟੀ ਕੰਸੈਪਟ ਹੀ ਕਹਿੰਦਾ ਜੋ ਤੁਹਾਡੇ ਬਿਜ਼ਨਸ ਨੂੰ ਇਫੈਕਟ ਕਰਦਾ, ਜੋ ਐਕਚੁਅਲ ਮਟੀਰੀਅਲ 'ਚ ਵੈਲਿਊ ਹੋਵੇ, ਜਿਹਦੀ ਜੋ ਮਟੀਰੀਅਲ ਵਿੱਚ ਹੋਵੇ, ਕੁਆਲੀਟੇਟਿਵ ਨਾ ਹੋਵੇ, ਕੁਆਂਟੀਟਿਵ ਹੋਵੇ, ਠੀਕ ਹੈ ਨਾ। ਸੀ ਆਪਸ਼ਨ ਆ ਗਿਆ। विच ऑफ द फॉलोइंग प्रैक्टिस नोट इन कंसोनेंस विद द कन्वेंशन ऑफ द कंजरवेटिज्म। इन्होंने चारों ऑप्शन चो मतलब उसका रिलेशन कंजरवेटिज्म नाल उसका रिलेशन नहीं है, दसो किहड़ा ऑप्शन होएगा? क्रिएटिंग प्रोविजन फॉर बैड डेट्स, क्रिएटिंग प्रोविजन फॉर डिस्काउंट ऑन क्रेडिटर्स, क्रिएटिंग प्रोविजन फॉर डिस्काउंट ऑन डेटर्स, क्रिएटिंग प्रोविजन फॉर टैक्स, किहड़ा ऑप्शन होएगा? दसो। ਇਹਦਾ ऑप्शन होएगा बी। ਕਰੈਕਟਰਸ ਜਿਹੜੇ ਜਿਨ੍ਹਾਂ ਨੂੰ ਅਸੀਂ ਪੈਸਾ ਦੇਣਾ ਹੈ ਉਹਦੇ ਉੱਪਰ ਥੋੜ੍ਹਾ ਕੋਈ ਪ੍ਰੋਵੀਜ਼ਨਸ ਬਣਾਉਂਦੇ ਆਪਾਂ, ਠੀਕ ਹੈ ਨਾ, ਉਹਦੇ ਉੱਪਰ ਕੋਈ ਪ੍ਰੋਵੀਜ਼ਨਸ ਨਹੀਂ ਬਣਾਉਂਦੇ ਆਪਾਂ। ਕੰਜ਼ਰਵੇਟਿਵ ਕੰਸੈਪਟ ਕੀ ਕਹਿੰਦਾ ਕਿ ਮੇਰੀ ਫਿਊਚਰ 'ਚ ਹੋਣ ਵਾਲੀਆਂ ਕੋਈ ਵੀ ਸਿਚੁਏਸ਼ਨ ਨੂੰ ਮੈਂ ਪਹਿਲੀ ਐਨਾਲਾਈਜ਼ ਕਰ ਲਵਾਂ ਅਤੇ ਉਹਦੀ ਮੈਂ ਤਿਆਰੀ ਪਹਿਲੀ ਹੀ ਕਰ ਲਵਾਂ, ਤਾਂ ਮੈਂ ਪ੍ਰੋਵੀਜ਼ਨ ਕ੍ਰੀਏਟ ਕਰਦਾ। ਪ੍ਰੋਵੀਜ਼ਨ ਮਤਲਬ ਕੀ ਹੁੰਦਾ ਕਿ ਮੈਨੇ ਪਹਿਲੀ ਫੰਡ ਕ੍ਰੀਏਟ ਕਰਨਾ ਸਟਾਰਟ ਕਰਤਾ, ਬੈਡ ਡੈਟਸ ਲਈ ਕਰਤਾ, ਡੈਟਰਸ ਲਈ ਕਰਤਾ, ਟੈਕਸ ਲਈ ਹੋ ਸਕਦਾ, ਮੈਂ ਕ੍ਰੈਡਿਟਰਸ ਲਈ ਹੋ ਸਕਦਾ, ਜਿਹਨੂੰ ਆਪਣੇ ਜਿਸ ਤੋਂ ਆਪਾਂ ਨੇ ਪੈਸਾ ਦੇਣਾ ਆਪਾਂ ਨੇ ਉਹਦੇ ਲਈ ਪਹਿਲੇ ਕੋਈ ਪ੍ਰੋਵੀਜ਼ਨ ਆਪਾਂ ਕ੍ਰੀਏਟ ਨਹੀਂ ਕਰਦੇ, ਠੀਕ ਹੈ ਫਰੈਂਡਸ। ਉਰੇ ਸਿੱਧਾ ਪਹਿਲੀ ਆਪਸ਼ਨ ਬੀ ਤਾਂ ਬੀ ਲੱਗ ਸਕਦੀ ਹੈ, ਜੇ ਬੀ ਨਹੀਂ ਦਿੱਤੀ ਤਾਂ ਇਹ ਲੱਗ ਸਕਦਾ ਕ੍ਰੀਏਟਿੰਗ ਪ੍ਰੋਵੀਜ਼ਨ ਫॉर ਟੈਕਸ। ਆਪਾਂ ਕੋਈ ਵੀ ਪ੍ਰੋਵੀਜ਼ਨ ਟੈਕਸ ਲਈ ਕ੍ਰੀਏਟ ਨਹੀਂ ਕਰਦੇ, ਸਾਨੂੰ ਨਹੀਂ ਪਤਾ ਤੁਹਾਡਾ ਕਿੰਨਾ ਟੈਕਸ ਬਣੇਗਾ, ਠੀਕ ਹੈ ਨਾ। ਸਾਲ ਦੇ ਅੰਤ ਵਿੱਚ ਜਦੋਂ ਪ੍ਰੋਫਿਟ ਨਿਕਲਦਾ ਸਾਨੂੰ ਤਾਂ ਹੀ ਪਤਾ ਲੱਗਦਾ ਕਿ ਇੰਨਾ ਟੈਕਸ ਬਣੇਗਾ, ਠੀਕ ਹੈ ਨਾ। ਸੋ ਪਹਿਲੀ ਆਪਸ਼ਨ ਜੇ ਆਪਸ਼ਨ ਬੀ ਹੈ ਤਾਂ ਬੀ ਲੱਗੇਗੀ, ਜੇ ਆਪਸ਼ਨ ਬੀ ਨਹੀਂ ਹੈ ਤਾਂ ਸੀ ਡੀ ਲੱਗੇਗੀ, ਠੀਕ ਹੈ ਫਰੈਂਡਸ। ਵੈਸੇ ਮੈਜੋਰਟੀ ਜਿਹੜੀ ਉਹ ਬੀ ਆਪਸ਼ਨ ਹੀ ਲੱਗੇਗੀ। ਅਕਾਊਂਟਿੰਗ ਡਜ਼ ਨੋਟ ਰਿਕਾਰਡ ਦੀ ਨੋਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਬਿਕੋਜ਼ ਆਫ ਨੋਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨਹੀਂ ਰਿਕਾਰਡ ਕਰਦਾ ਅਕਾਊਂਟ, ਦੱਸੋ ਕਿਹੜਾ ਕੰਸੈਪਟ ਲੱਗੇਗਾ? ਐਂਟੀਟੀ ਕੰਸੈਪਟ, ਅਕਰੂਲ ਕੰਸੈਪਟ, ਕੋਸਟ ਕੰਸੈਪਟ, ਮਨੀ ਮਾਈਅਰ ਕੰਸੈਪਟ, ਕਿਹੜਾ ਆਪਸ਼ਨ ਠੀਕ ਆ ਉਰੇ? ਉਰੇ ਮਨੀ ਮਾਈਅਰ ਕੰਸੈਪਟ। ਮਨੀ ਮਾਈਅਰ ਕੀ ਕਹਿੰਦਾ ਹੈ ਕਿ ਐਕਚੁਅਲ ਜਿਹੜੀ ਮਨੀ 'ਚ ਹੈ ਵੈਲਿਊ ਉਹੀ ਵੈਲਿਊ ਲੈਣੀ ਆਪਾਂ ਨੇ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਫਿਕਸ ਐਸਟ ਐਂਡ ਕਰੰਟ ਐਸਟ ਆ
सॉरी फिक्स्ड एसेट एंड करंट एसेट आर कैटागराइज्ड हैज़ पर कंसैप्ट ऑफ, किस आधार पर फिक्स्ड एसेट ते करंट एसेट कैटागराइज किया गया है? सैपरेट एंटिटी कंसैप्ट है, गोइंग कंसर्न कंसैप्ट है, कंसिस्टेंसी कंसैप्ट है, टाइम पीरियड कंसैप्ट, दसो। ਕਿਹੜਾ ऑप्शन ठीक होएगा इस चों? ਇਹਦਾ ऑप्शन होएगा बी ऑप्शन। बिजनेस चलता जा रहा है ਤਾਂ ਹੀ ਸਾਨੂੰ ਪਤਾ ਲੱਗਦਾ ਸਾਡੇ ਫਿਕਸਡ ਐਸਟ ਕਿਹੜੇ ਆ ਤੇ ਕਰੰਟ ਐਸਟ ਕਿਹੜੇ ਆ। ਕਰੰਟ ਐਸਟ 1 ਸਾਲ 'ਚ ਯੂਜ਼ ਹੋ ਜਾਂਦੇ ਆ, ਫਿਕਸਡ ਐਸਟ ਲੌਂਗ ਟਰਮ ਲਈ ਚੱਲਦੇ ਆ। ਜੇ ਬਿਜ਼ਨਸ ਲੌਂਗ ਟਰਮ ਲਈ ਚੱਲੇਗਾ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਸਾਡੇ ਫਿਕਸਡ ਐਸਟ ਨੇ। ਤਾਂ ਗੋਇੰਗ ਕੰਸਰਨ ਕੰਸੈਪਟ ਕੀ ਕਹਿੰਦਾ? ਬਿਜ਼ਨਸ ਚੱਲਦਾ ਜਾਂਦਾ ਹੈ। ਐਕਚੁਅਲ 'ਚ ਇਹਦੇ ਪਿੱਛੇ ਕਿਹੜਾ ਕੰਸੈਪਟ ਲੱਗ ਰਿਹਾ? ਬਿਜ਼ਨਸ ਚੱਲਦਾ ਜਾਂਦਾ ਹੈ। ਫਿਕਸਡ ਐਸਟ ਐਂਡ ਕਰੰਟ ਐਸਟ ਆਰ कैटेगराइज्ड हैज़ पर कंसेप्ट ऑफ गोइंग कंसर्न कंसेप्ट, बी ऑप्शन लग जाएगा। ठीक है फ्रेंड्स। कैपिटल इज शोन अंडर लाइबिलिटी बिकॉज ऑफ, कैपिटल इज आप लाइबिलिटी अंडर शो करते हैं क्योंकि तो मैं हुणे समझा के हटिया। कंजरवेटिव कंसैप्ट, एक्रूवल कंसैप्ट, एंटिटी कंसैप्ट, रेवन्यू रिकग्नाइजेशन कंसैप्ट, किहड़ा ऑप्शन लगेगा इस चों? जल्दी दसो। कैपिटल में हमेशा आप लाइबिलिटी अंडर शो करते हैं, दसो किहड़ा कंसैप्ट लगेगा उरे? उरे कंसैप्ट लगेगा एंटिटी कंसैप्ट। एंटिटी कंसैप्ट की कहते हैं? बिजनेस अलग है, परसनल वैल्यू परसनल लाइफ अलग है। बिजनेस का ओनर हमेशा लाइव देनदार है अपनी कैपिटल का जो उन्हें इन्वेस्ट की है बिजनेस में। ठीक है फ्रेंड्स। अगला ऑप्शन है क्वेश्चन है सॉरी, विच ऑफ द फॉलोइंग इज एन एग्जाम्पल ऑफ कैपिटल एक्सपेंडिचर? इन्होंने चारों चो केड़ी एग्जाम्पल है जो कैपिटल एक्सपेंडिचर कहाई जाएगी? इंश्योरेंस प्रीमियम, टैक्स एंड लीगल एक्सपेंसिस, डिस्काउंट अलाउड, कस्टम ड्यूटी ऑन इंपोर्ट ऑफ मशीनरी, किहड़ा ऑप्शन ठीक होएगा? इसका ऑप्शन होएगा डी, जिहड़ा मैं इंपोर्ट ड्यूटी पे कर रहा मशीनरी की, ठीक है ना, उसदे विच ही ऐड होएगा। कैपिटल एक्सपेंडिचर की होंदा है? मेरे जिहड़ा मैंने लॉन्ग टर्म ਲਈ खर्चा किया होंदा है, ठीक है, किसी एसेट ਨੂੰ ਅਕਵਾਇਰ ਕਰਨ ਲਈ, तो जी इंपोर्ट ड्यूटी लग रही है मशीनरी उपर उसदे विच ही ऐड होएगी वैल्यू। ठीक है फ्रेंड्स। बाकी इंश्योरेंस प्रीमियम, टैक्स एंड लीगल एक्सपेंसिस, डिस्काउंट अलाउड, ठीक है, ये रेवन्यू एक्सपेंडिचर है। इंश्योरेंस प्रीमियम जो किया मैं बिजनेस का किया होगा तां ही वो रेवन्यू एक्सपेंडिचर का आ जाएगा। जो इंश्योरेंस प्रीमियम उरे परसन उपर लिखे होंगे वो ड्रॉइंग्स होंगी है, ना तो रेवन्यू एक्सपेंडिचर का आ जाता, ना वो कैपिटल एक्सपेंडिचर का आ जाएगा। ठीक है, और ड्रॉइंग्स है वो बिजनेस से पे करनी ही है। उरे की कंसैप्ट लग गया सी, जे आप इंश्योरेंस प्रीमियम की गल करिए तो बिजनेस एंटिटी कंसैप्ट लग गया सी। फिलहाल क्वेश्चन में आपको कैपिटल एक्सपेंडिचर बारे पूछा तो अपना डी ऑप्शन ठीक हो जाएगा। 12वां क्वेश्चन, विच ऑफ द फॉलोइंग कंसेप्ट इज नॉट कंसीडर्ड एज द बेसिक प्रिंसिपल ऑफ अकाउंटिंग? इन्होंने जो केड़ा कंसेप्ट बेसिक प्रिंसिपल नहीं है? मटीरियलिटी कंसेप्ट, कंसिस्टेंसी कंसेप्ट, मैचिंग कंसेप्ट, लॉजिकल कंसेप्ट, केड़ा कंसेप्ट है जिहड़ा अपने बेसिक प्रिंसिपल ऑफ अकाउंटिंग विचों नहीं है? तुहानूं पता ही होएगा। ए बी सी डी, किहड़ा ऑप्शन ठीक होएगा इस चों? पूरे लगेगा डी ऑप्शन। लॉजिकल ऐसा कोई कंसेप्ट नहीं है जो बेसिक प्रिंसिपल ऑफ अकाउंटिंग का होवे। ठीक है फ्रेंड्स। विच ऑफ द फॉलोइंग इज एन एग्जाम्पल ऑफ पर्सनल अकाउंट? इन्होंने चो केड़ा अकाउंट पर्सनल का आ जाएगा? मशीनरी, रेंट, कैश, क्रेडिट। जो तुम ओड इवन करोगे इसका फॉर्मूला लाओगे तो भी तुम्हें पता लग जाएगा किहड़ा अकाउंट पर्सनल का आ जाएगा। क्रेडिट, क्रेडिट की होंदा है? कोई पर्सन है, ठीक है, कोई पर्सन है तो वह पर्सनल अकाउंट है। ठीक है, SBI अकाउंट आर्टिफिशियल है तो पर्सनल रिप्रजेंटेटिव अकाउंट है। ठीक है। अगला ऑप्शन है पेमेंट ऑफ सैलरी इज रिकॉर्डेड बाय। पेमेंट ऑफ सैलरी हुई है जनरल एंट्री की होएगी? दसो। डेबिटिंग सैलरी अकाउंट, क्रेडिटिंग कैश अकाउंट, डेबिटिंग कैश अकाउंट, क्रेडिटिंग सैलरी अकाउंट, डेबिटिंग इंप्लॉय अकाउंट, क्रेडिटिंग कैश अकाउंट, डेबिटिंग कैश अकाउंट, क्रेडिटिंग इंप्लॉय अकाउंट, किहड़ा ऑप्शन ठीक होएगा इन्हां चों? ये ऑप्शन होएगा सैलरी अकाउंट। सैलरी अकाउंट डेबिट टू कैश अकाउंट, ये ऑप्शन। ठीक है, मैं सैलरी पेमेंट की है, कैश कर रहे हैं तो सैलरी क्यों डेबिट की है? क्योंकि मैं उस इस बंदे तो जेडे इंप्लॉयज है मैं उस सर्विस लीती है, ठीक है, उन्होंने मैं डेबिट कर रहे हैं। जे मैं सिंपल टर्म च समझा, मैं कुछ लिता मैं डेबिट किया, कुछ दिता है मैंने कैश दिता उसके बदले मैंने माइनस कैश करता।
ਜੇ ਉਰੇ ਮੈਂ ਰੂਲਸ ਲਾਵਾਂ ਉਰੇ ਰੂਲਸ ਕੀ ਲੱਗਣਗੇ, ਸੈਲਰੀ ਕਿਉਂ ਡੈਬਿਟ ਹੋਇਆ, ਜੇ ਨੋਮੀਨਲ ਅਕਾਊਂਟ ਦੇਖੋ ਤਾਂ ਡੈਬਿਟ ਆਲ ਐਕਸਪੈਂਸਿਸ, ਸੈਲਰੀ ਕੀ ਹੈ ਐਕਸਪੈਂਸ ਹੈ ਮੇਰਾ ਖਰਚਾ, ਤੇ ਕੈਸ਼ ਕਿਉਂ ਕ੍ਰੈਡਿਟ ਹੋਇਆ, ਰੀਅਲ ਅਕਾਊਂਟ ਕ੍ਰੈਡਿਟ ਵਰਸ ਗੋਸ ਆਊਟ, ਜੋ ਮੇਰੇ ਹੱਥੋਂ ਗਿਆ ਉਹ ਹੁੰਦਾ ਕ੍ਰੈਡਿਟ, ਜੋ ਮੇਰੇ ਹੱਥ 'ਚ ਆਇਆ ਉਹ ਹੁੰਦਾ ਡੈਬਿਟ, ਉਹ ਕੀ ਕਹਿੰਦਾ ਰੀਅਲ ਅਕਾਊਂਟ, ਡੈਬਿਟ ਆਲ ਐਕਸਪੈਂਸਿਸ ਨੋਮੀਨਲ ਅਕਾਊਂਟ, ਠੀਕ ਹੈ। ਤਾਂ ਸੈਲਰੀ ਇਜ਼ ਡੈਬਿਟ ਟੂ ਕੈਸ਼ ਕ੍ਰੈਡਿਟ। अगला क्वेश्चन है कैश परचेसिस इंक्रीज द एसेट्स रिजल्ट इन नॉन चेंज इन द टोटल एसेट डिक्रीज इन एसेट परचेस डिक्रीज इन लाइबिलिटी। जे मैं कैश परचेस करा तो मेरे की इफेक्ट पेगा, मेरे एसेट वधणगे या कोई चेंज नहीं आएगा टोटल एसेट विच, या मेरे एसेट घटणगे या मेरी देनदारी घटेगी, किहड़ा ऑप्शन ठीक होएगा? 5 सैकंड तुहाडे कोल। ਇਹਦਾ ਆਪਸ਼ਨ ਹੋਏਗਾ बी, कोई चेंज नहीं आएगा। जे मैंने कैश परचेसिस किए हैं, ठीक है, मैंने कैश परचेसिस किए हैं, मान के चलो मैं यदि जनरल एंट्री पावां परचेसिस अकाउंट डेबिट टू कैश, ये दोनों मेरे की हैं करंट एसेट है, ठीक है, करंट एसेट है, ठीक है। जे मेरे हथों कैश गया है, जे उसके बदले परचेसिस आए हैं, ठीक है, एक्चुअल ਵਿੱਚ ਤਾਂ ਕੋਈ ਫਰਕ ਨਹੀਂ ਪੈ ਰਿਹਾ, ਜ਼ੀਰੋ ਵੀ ਹੋਏਗਾ, ਕੋਈ ਫਰਕ ਨਹੀਂ ਪੈ ਰਿਹਾ, ਨਿੱਲ ਹੀ ਹੋਏਗਾ। ਮੇਰਾ ਕਰੰਟ ਐਸਟ, ਮੇਰਾ ਜਿਹੜਾ ਐਸਟ ਹੈ ਉੱਥੇ ਹੀ ਖੜਿਆ, ਟੋਟਲ ਐਸਟ ਮੇਰੇ ਉੱਥੇ ਹੀ ਖੜੇ ਹੈ, ਕੋਈ ਚੇਂਜ ਤਾਂ ਨਹੀਂ ਆਇਆ, ਕਿਉਂਕਿ ਮੇਰੇ ਕੋਲ ਕੁਝ ਐਸਟ ਆਏ, ਕਿਸ ਦੇ ਬਦਲੇ ਆਏ, ਕੁਛ ਦੇਣ ਦੇ ਬਦਲੇ ਆਏ, ਜਿਹੜਾ ਦਿੱਤਾ ਉਹ ਐਸਟ ਹੈ, ਕੈਸ਼ ਐਸਟ ਹੈ, ਕਰੰਟ ਐਸਟ, ਤਾਂ ਪਲੱਸ ਮਾਈਨਸ ਹੋ ਕੇ ਜ਼ੀਰੋ ਹੈ, ਨਿੱਲ ਬੈਲੈਂਸ, ਕੁਛ ਚੇਂਜ ਨਹੀਂ ਹੋਏਗਾ, ਤਾਂ ਉਹਦਾ ਆਪਸ਼ਨ ਬੀ, ਠੀਕ ਹੈ फ्रेंड्स। जर्नल इज द बुक ऑफ ओरिजिनल एंट्री, क्लासीफाइड समरी ऑफ द ऑल ट्रांजैक्शंस, परमानेंट रिकॉर्ड बोथ ए एंड बी, ਕਿਹੜਾ ਆਪਸ਼ਨ ਠੀਕ ਹੋਏਗਾ? ਇੱਕ ओरिजिनल एंट्री बुक है या क्लासीफाइड समरी है ऑफ ऑल ट्रांजैक्शंस, परमानेंट रिकॉर्ड है या बोथ ए एंड बी है? ਜਰਨਲ ਇਜ਼ ਦਾ ਬੁੱਕ ਆਫ ओरिजिनल एंट्री, ਇਹਨੂੰ ਬੁੱਕ ਆਫ ओरिजिनल एंट्री ਕਹਿੰਦੇ ਨੇ, ਠੀਕ ਹੈ फ्रेंड्स। गुड्स रिटर्न फ्रॉम, अगला क्वेश्चन है 17, गुड्स रिटर्न फ्रॉम एक्स इज एंटर एज, मेरे को गुड्स रिटर्न हो गए एक्स तो, ठीक है, इसका मतलब की होया, मैंने सेल किया से एक्स ਨੂੰ, मगर सेल ने जिस मैं एक्स ਨੂੰ मैं सेल किए से उन्होंने कुछ डिफेक्ट लग गया, उन्हें मैंने वापस करते, ठीक है। तो मैं इसकी एंट्री किमें पावांगा, डेबिट एक्स अकाउंट करांगा, क्रेडिट परचेस रिटर्न करांगा, डेबिट एक्स करांगा, क्रेडिट कैश अकाउंट करांगा, डेबिट शेयर रिटर्न करांगा, क्रेडिट कैश एक्स अकाउंट करांगा, डेबिट एक्स अकाउंट करांगा, क्रेडिट सेल अकाउंट करांगा, ਕਿਹੜਾ ऑप्शन ठीक है इन्हां चों? इस चो किहड़ा ऑप्शन ठीक है? सी की कहना चाह रहा और सेल रिटर्न मतलब कि मैं पहले कुछ सेल की होनी, सेल क्रेडिट हुई सी, सपोज करो एक्स अकाउंट डेबिट टू सेल, ये मेरी सेल हुई, सिर्फ सेल हुई है, ठीक है। जे सेल वापस आ गई उल्टी एंट्री हो जाएगी, सेल अकाउंट डेबिट सेल रिटर्न हो जाएगा ना, जे वापस आना मतलब सेल जी मैं की रिटर्न अकाउंट डेबिट टू किस तो आई दसो, एक्स अकाउंट, उल्टी एंट्री हो जाएगी ना। जे पहले माल वेचिया मैंने तो सेल क्रेडिट होया सी, माल वापस आ गया मतलब डेबिट हो जाएगा, किस पार्टी तो आया सी एक्स तो, पहले डेबिट किया उन्हें क्रेडिट कर देंगे, सो कि सी ऑप्शन आ जाएगा, ठीक है। सी का जो तुम देखना चाहो तो रूल की लगेगा, क्रेडिट किया मतलब रियल अकाउंट, ना सॉरी क्रेडिट किया अपने परसनल अकाउंट आ गया, एक्स की है परसनल अकाउंट है, क्रेडिट मतलब गिवर तो सानू वापस कर रहे हैं, से रिटर्न की है मेरे गुड्स हैं, ठीक है, मेरे गुड्स हैं तो वापस आ रहा है मतलब रियल अकाउंट, डेबिट वर्ड्स कम्स इन, ठीक है। जो अपन रूल लाइए सी ऑप्शन आ जाएगा ना उरे। अगला क्वेश्चन है वैन फिक्स एसेट आर सोल्ड, जे फिक्स एसेट मेरे सोल्ड हो जाए तो की फर्क पेगा, द टोटल एसेट विल इंक्रीज, टोटल एबिलिटी विल इंक्रीज, टोटल एसेट विल डिक्रीज, देयर इज नो चेंज इन द टोटल एसेट। जे मैं फिक्स एसेट सोल्ड करदा तो की चेंज आएगा मेरे एसेट विच, दसो ਇਹਦਾ ऑप्शन की आएगा? देयर इज
दसो देयर इज नो चेंज इन टोटल एसिड, मेरे टोटल एसिड च कोई चेंज नहीं आएगा जो मैं फिक्स एसिड सोल्ड कर देवां, ठीक है ना। जो ਉਹਦੇ ਕੱਲਾ ਫਿਕਸ ਐਸਿਡ ਪੁੱਛਿਆ ਹੁੰਦਾ ਫਿਰ ਚੇਂਜ ਆਂਦਾ ਮੇਰਾ, ਤੇ ਚੇਂਜ ਇਨ ਦਾ ਫਿਕਸ ਐਸਿਡ ਯੈਸ, ਬਟ देयर इज अ नो चेंज इन द टोटल एसिड यस, इस टाइम ਤੇ देयर इज नो चेंज इन द टोटल एसिड्स। टोटल एसिड ਕੀ ਹੁੰਦੇ ਆ, ਕਰੰਟ ਐਸਿਡ ਪਲੱਸ ਫਿਕਸ ਐਸਿਡ। ਜੇ ਮੈਨੇ ਫਿਕਸ ਐਸਿਡ ਸੋਲਡ ਕੀਤੇ ਵੀ ਆ ਤਾਂ ਉਸਦੇ ਬਦਲੇ ਮੈਨੂੰ ਕੈਸ਼ ਆਇਆ ਹੋਣਾ, ਜੇ ਕੈਸ਼ ਆਇਆ ਉਹ ਕਰੰਟ ਐਸਿਡ ਹੈ। ਕਰੰਟ ਐਸਿਡ ਕਿਸ ਚ ਆਉਂਦਾ, ਟੋਟਲ ਐਸਿਡ ਵਿੱਚ। ਟੋਟਲ ਕੀ ਆਉਂਦਾ, ਕਰੰਟ ਪਲੱਸ ਫਿਕਸਡ। ਜੇ ਉਹਦੇ ਕੱਲਾ ਫਿਕਸ ਪੁੱਛਿਆ ਹੁੰਦਾ ਫਿਰ ਮੈਂ ਕਹਿ ਸਕਦਾ ਸੀ ਕਿ ਹਾਂ ਫਿਕਸ ਐਸਿਡ ਵਿੱਚ ਚੇਂਜ ਆਇਆ ਹੈ, ਮੇਰੇ ਘੱਟੇ ਨੇ ਫਿਕਸ ਐਸਿਡ, ਠੀਕ ਹੈ ਨਾ ਫਰੈਂਡਸ। ਸੋ ਇਹਦੇ ਡੀ ਆਪਸ਼ਨ ਆ ਜਾਏਗਾ। ਵਿਡਰਾਲ ਆਫ ਦੀ ਗੁਡਸ ਫਰੋਮ ਦੀ ਸਟੋਕ ਬਾय द ओनर ऑफ द बिजनेस फॉर पर्सनल यूज़। ਗੁਡਸ ਵਿਡਰਾ ਕਰਾਏ ਨੇ, ਕਢਾਏ ਨੇ, ਮਤਲਬ ਓਨਰ ਨੇ, ਬਿਜ਼ਨਸ ਦੇ ਮਾਲਕ ਨੇ ਫੋਰ ਆਪਣੇ ਆਪਣੇ ਨਿੱਜੀ ਯੂਜ਼ ਲਈ। ਤਾਂ ਦੱਸੋ ਇਹ ਐਂਟਰੀ ਨੂੰ ਆਪਾਂ ਕਿਸ ਤਰ੍ਹਾਂ ਰਿਕਾਰਡ ਕਰਾਂਗੇ। ਡੈਬਟਿੰਗ ਸਟੋਕ ਅਕਾਊਂਟ, ਕ੍ਰੈਡਿਟਿੰਗ ਕੈਪੀਟਲ ਅਕਾਊਂਟ, ਡੈਬਟਿੰਗ ਕੈਪੀਟਲ ਅਕਾਊਂਟ, ਕ੍ਰੈਡਿਟਿੰਗ ਡਰਾਇੰਗ ਅਕਾਊਂਟ, ਡੈਬਟਿੰਗ ਡਰਾਇੰਗ ਅਕਾਊਂਟ, ਕ੍ਰੈਡਿਟਿੰਗ ਸਟੋਕ ਅਕਾਊਂਟ, ਡੈਬਟਿੰਗ ਸਟੋਕ ਅਕਾਊਂਟ, ਕ੍ਰੈਡਿਟਿੰਗ ਡਰਾਇੰਗ ਅਕਾਊਂਟ। ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ ਚੋਂ, ਕਿਹੜੀ ਜਨਰਲ ਐਂਟਰੀ ਠੀਕ ਹੋਏਗੀ? ਸੋਚੋ, 10 ਸੈਕਿੰਡ ਤੁਹਾਡੇ ਕੋਲ। इसका आंसर आएगा सी, डेब्टिंग ड्राइंग अकाउंट, क्रेडिटिंग स्टॉक अकाउंट। ठीक है फ्रेंड्स, ठीक है ना। बिजनेस थोड़ा स्टॉक ही जा रहा है, ड्राइंग अकाउंट क्यों डेबिट किया, डेबिट ऑल एक्सपेंसिस, स्टॉक गया मतलब रियल अकाउंट, क्रेडिट बस गोज आउट। सो सी ऑप्शन लग जाएगा। और विच ऑफ द फॉलोइंग इज ट्रू, द पेमेंट ऑफ लाइबिलिटी causes an increase of owner's equity, collection of an account receivable will cause the total asset to increase, accounting question may be stated as the asset plus liability is equal to owner's equity, purchases of an asset such as an office equipment or other for cash on credit does not change the owner's equity। ਦੱਸੋ ਇਹ ਚੋਂ ਕਿਹੜੀ ਸਟੇਟਮੈਂਟ ਟਰੂ ਹੈ, ਕਿਹੜੀ ਕਹਾ ਹੈ ਜੇ ਕਿ ਬਿਲਕੁਲ ਹੀ ਟਰੂ ਹੈ। ਦੱਸੋ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ 'ਚ ਕਰਿਓ, ਠੀਕ ਹੈ ਫਰੈਂਡਸ। ਠੀਕ ਹੈ, ਮੈਂ ਤੁਹਾਡਾ ਵੀ ਪਾਰਟਿਸਿਪੇਸ਼ਨ ਚਾਹੁੰਦਾ, ਠੀਕ ਹੈ ਨਾ। ਇਹਦਾ ਆਨਸਰ ਬਹੁਤ ਆਸਾਨ ਹੈ, ਬਟ ਮੈਨੂੰ ਪਤਾ ਲੱਗਣਾ ਚਾਹੀਦਾ ਕਿ ਤੁਹਾਨੂੰ ਪਤਾ ਇਸ ਦਾ ਆਨਸਰ, ਠੀਕ ਹੈ ਨਾ। 25ਵੇਂ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਵਿੱਚ ਕਰਿਓ। अगला क्वेश्चन है विच ऑफ द फॉलोइंग इज आर ट्रू, कैश will record all cash receipts and cash payments, cash will record all sale and purchase transactions of goods both in cash and on credit, cash will records discount on cash payments। इस चो केड़ी स्टेटमेंट ट्रू है, पहली ट्रू है, सेकंड ट्रू है, थर्ड ट्रू है, फर्स्ट एंड थर्ड ट्रू है, दसो। ਇਹਦਾ ਆਪਸ਼ਨ ਆ ਜਾਏਗਾ 1, ਠੀਕ ਹੈ ਨਾ। ਫਸਟ ਟਰੂ ਹੈ, ਦੂਜੀ ਕਿਉਂ ਨਹੀਂ ਟਰੂ, ਜਿਹੜੀਆਂ ਉਹ ਸੇਲੋ ਟ੍ਰਾਂਜੈਕਸ਼ਨਸ ਹੈ ਜੇ ਕ੍ਰੈਡਿਟ 'ਤੇ ਨੇ, ਜੇ ਕ੍ਰੈਡਿਟ 'ਤੇ ਨੇ ਉਹ ਤਾਂ ਚੱਕ ਕੇ ਉਸ 'ਚ ਆ ਜਾਣਗੀਆਂ, ਕੀ ਨਾਮ ਹੈ ਸੇਲ ਬੁੱਕ ਤੇ ਪਰਚੇਸ ਬੁੱਕ ਵਿੱਚ। ਜੇ ਕੈਸ਼ 'ਤੇ ਨੇ ਉਹ ਕੈਸ਼ ਬੁੱਕ 'ਚ ਹੀ ਆਉਣਗੀਆਂ, ਠੀਕ ਹੈ ਨਾ। ਉਰੇ ਦੋਨੋਂ ਚੀਜ਼ਾਂ ਕਹਿਤੀਆਂ ਇਨ ਕੈਸ਼ ਔਨ ਐਂਡ ਔਨ ਕ੍ਰੈਡਿਟ, ਤਾਂ ਉਰੇ ਗਲਤ ਹੋ ਜਾਏਗਾ ਸਟੇਟਮੈਂਟ, ਠੀਕ ਹੈ ਨਾ। ਤਾਂ ਉਰੇ ਇਕੱਲਾ ਏ ਆਪਸ਼ਨ ਠੀਕ ਹੋਏਗਾ, ਓਨਲੀ ਫਸਟ। ਪਹਿਲਾਂ ਜਿਹੜੀ ਕੈਸ਼ ਰਿਸਿਪਟਸ ਆਉਂਦੀਆਂ ਅਤੇ ਕੈਸ਼ ਪੇਮੈਂਟਸ ਆਉਂਦੀਆਂ ਨੇ ਕੈਸ਼ ਬੁੱਕ ਵਿੱਚ, ਠੀਕ ਹੈ ਫਰੈਂਡਸ। ਟ੍ਰੇਡ ਡਿਸਕਾਊਂਟ ਅਲਾਊਡ ਇਨ ਦਾ ਟਾਈਮ ਆਫ ਸੇਲ ਆਫ ਗੁਡਸ, ਜਿਹੜਾ ਮੈਂ ਟ੍ਰੇਡ ਡਿਸਕਾਊਂਟ ਅਲਾਊਡ ਕਰਦਾ ਜਦੋਂ ਮੈਂ ਸੇਲ ਕਰ ਰਿਹਾ ਹੁੰਦਾ, ਤਾਂ ਆਪਾਂ ਰਿਕਾਰਡ ਕਰਦੇ ਹਾਂ ਸੇਲ ਬੁੱਕ 'ਚ ਜਾਂ ਕੈਸ਼ ਬੁੱਕ 'ਚ ਰਿਕਾਰਡ ਕਰਦੇ ਹਾਂ ਜਾਂ ਜਨਰਲ ਵਿੱਚ ਰਿਕਾਰਡ ਕਰਦੇ ਹਾਂ, ਜਾਂ ਰਿਕਾਰਡ ਹੀ ਨਹੀਂ ਕਰਦੇ ਕਿਸੇ ਵੀ ਬੁੱਕਸ ਆਫ ਅਕਾਊਂਟਸ ਵਿੱਚ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਡੀ। ਡੀ ਕਿਉਂ ਆਏਗਾ? ਕਿਉਂਕਿ ਟ੍ਰੇਡ ਡਿਸਕਾਊਂਟ ਹੈ, ਉਰੇ ਕੈਸ਼ ਡਿਸਕਾਊਂਟ ਦੀ ਗੱਲ ਨਹੀਂ ਕੀਤੀ। ਸੇਲ ਆਫ ਗੁਡਸ ਕਰਦੇ ਹਾਂ ਜਦੋਂ, ਉਦੋਂ ਆਪਾਂ ਟ੍ਰੇਡ ਡਿਸਕਾਊਂਟ ਬਾਰੇ ਕਦੇ ਵੀ ਸ਼ੋਅ ਨਹੀਂ ਕਰਦੇ ਕਿਸੇ ਵੀ ਅਕਾਊਂਟਸ ਵਿੱਚ। ਕੈਸ਼ ਡਿਸਕਾਊਂਟ ਜ਼ਰੂਰ ਸ਼ੋਅ ਕਰਦੇ ਹਾਂ ਆਪਾਂ। ਕੈਸ਼ ਅਕਾਊਂਟ ਕਿੱਥੇ ਸ਼ੋਅ ਹੁੰਦਾ ਆਪਣਾ, ਦੱਸੋ।
कैश बुक 'ਚ शो ਹੁੰਦਾ ना ट्रिपल कॉलम कैश बुक, डिस्काउंट अलाउड, ठीक है ना। सो उत्थे शो ਹੁੰਦਾ। तीजा क्वेश्चन 23 क्वेश्चन है सॉरी, द पीरियोडिकल टोटल ऑफ द शेयर रिटर्न, जी मेरे को शेयर रिटर्न आई वो मैं किहड़े अकाउंट में पोस्ट करांगा, डेबिट ऑफ सेल अकाउंट करांगा, डेबिट ऑफ शेयर रिटर्न करांगा, क्रेडिट ऑफ शेयर रिटर्न करांगा, या डेबिट ऑफ डेटर्स अकाउंट करांगा। मतलब कि मैं जो मेरे को कुछ माल वापस आया, मैं तुहानू पिछे एंट्री कराई सी, तो मैं किस चीज़ ਨੂੰ डेबिट करांगा। मैं ਸਪੋਜ਼ ਕਰੋ ਤੁਹਾਡੇ ਕੋਲ ਮਾਲ ਵਾਪਸ ਆ ਰਿਹਾ ਕਿਸੇ ਬੰਦੇ ਤੋਂ, ਤੁਸੀਂ ਐਂਟਰੀ ਕੀ ਪਾਓਗੇ, ਤੁਹਾਡਾ ਵੇਚਿਆ ਹੋਇਆ ਮਾਲ ਵਾਪਸ ਆ ਗਿਆ, सोचो। और मैं करांगा बी, डेबिट टू द शेयर अकाउंट इज पोस्टेड टू द डेबिट टू द शेयर रिटर्न अकाउंट। टू की करांगा इस पर्टिकुलर बंदे तो मेरे तो आया एक्स वाई जेड, ठीक है ना। अगला क्वेश्चन है एक्स वाई जेड पेड वेजेस ऑफ 8000 फॉर इरेक्शन ऑफ मशीनरी, द जनरल एंट्री फॉर द ट्रांजेक्शनस। कोई इरेक्शन कराई है मशीनरी की मैंने, उसके उपर मैं 8000 रुपया लाया, तो दसो मैं की एंट्री पावांगा, डेबिट वेजिस अकाउंट, क्रेडिट कैश अकाउंट, डेबिट मशीनरी अकाउंट, क्रेडिट कैश अकाउंट, डेबिट वेजिस, क्रेडिट इरेक्शन चार्जिस, डेबिट मशीनरी एंड क्रेडिट इरेक्शन चार्जिस। कि जनरल एंट्री ठीक होएगी इस चों, मैं मशीनरी उपर रिपेयर करा रहा, कोई इरेक्शन करा रहा, मतलब इधर ऑप्शन आएगा बी, मशीनरी का खर्चा कर रहे हैं, ठीक है ना, तो मशीनरी के विच ही ऐड होएगा, तो मैं डेबिट मशीनरी करांगा, क्रेडिट कैश अकाउंट करा, इजी वैल्यू इनू ऐड करेगा, इनू अच्छा जे सपोज करो तुहाडी कोई बाइक है, ठीक है, पहले तो बिल्कुल ही खराब सी, तुसीं उन्होंने कुछ सर्विस कराई, उसकी तुहानूं उन्होंने ठीक किया, पहले वो सिर्फ 5000 की विकती सी, मैं तुहानूं जो सर्विस कराई कुछ अच्छा किया उसनूं, मतलब कि तुहानूं उहदे इंजन उंजन दी एन वधिया सब कुछ करता, ठीक है ना, इंजन उंजन दी मतलब कि एन वधिया चलन लग पिया, इंजन की सर्विस हुई सब कुछ होया, तो वह 5000 का तो नहीं विकेगा, 8 9 10,000 का विकेगा। तो इसी तरह उरे मशीनरी की गल कर रहे हैं कि मशीनरी उरे 8000 की इलेक्शन कराई है, ठीक है, तो वह मशीनरी की वैल्यू होर ऐड करेगा, तो आप डेबिट कर रहे हैं मशीनरी टू क्रेडिट कह रहे हैं कैश अकाउंट में, मशीनरी की वैल्यू ऐड करना मतलब साढ़े को कुछ वैल्यू आती है मशीनरी की आनी, मतलब डेबिट जाना मतलब कि कैश तो क्रेडिट, ठीक है। बी ऑप्शन परचेसिस ऑफ गुड्स ऑन क्रेडिट, जे मैं गुड्स क्रेडिट परचेस कर रहा तो की हो रहा है, इंक्रीज लाइबिलिटी वध रही है, देनदारी वध रही है, ਜਾਂ ਤਾਂ ਮੇਰੇ ਐਸਟ ਵਧ ਰਹੇ ਨੇ, ਜਾਂ ਐਸਟ ਤੇ ਲਾਇਬਿਲਿਟੀ ਵਧ ਰਹੇ ਹੈ, ਜਾਂ ਐਸਟ ਘਟ ਰਹੇ ਨੇ, ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ। ਇਹ ਹੋਏਗਾ ਸੀ ਆਪਸ਼ਨ। ਸੀ ਕਿਉਂ ਹੋਏਗਾ, ਮੇਰੇ ਗੁड्स ਵਧ ਰਹੇ ਨੇ, ਕਰੰਟ ਐਸਟ ਵਧ ਰਹੇ ਨੇ, ਗੁड्स ਕੀ ਹੁੰਦੇ ਨੇ ਕਰੰਟ ਐਸਟ, ਤੇ ਔਨ ਕ੍ਰੈਡਿਟਾਈਜ਼ मतलब ਲਾਇਬਿਲਿਟੀ ਵੀ ਵਧ ਰਹੀ ਹੈ, ਮੇਰੀ ਦੇਣਦਾਰੀ ਵੀ ਵਧ ਰਹੀ ਹੈ, ਬਾਅਦ 'ਚ ਉਹਨੇ ਦੇਣਾ ਵੀ ਹੈ, ठीक है। मेरे क्रेडिटर ने, क्रेडिटर मतलब जिन्होंने पैसा मोड़ना मैंने, तो उरे आएगा सी। विच ऑफ द फॉलोइंग ट्रांजैक्शंस ऑफ द बिजनेस इज आर रिकॉर्डेड इन जनरल प्रॉपर, किहड़ियां ट्रांजैक्शंस मैं जनरल प्रॉपर विच रिकॉर्ड करांगा, ठीक है। पहला है परचेसिस ऑफ गुड्स ऑन क्रेडिट, दूजा है सेल ऑफ ऑफिस फर्नीचर फॉर कैश, तीजा है डिस्काउंटिंग ऑफ बिल ऑफ एक्सचेंज विद द बैंक, चौथा है इंडोर्समेंट ऑफ अ बिल ऑफ एक्सचेंज इन सेटलमेंट ऑफ द डेबिट ऑफ द बिजनेस। ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ। ਜੇ ਆਪਾਂ ਆਪਸ਼ਨ ਵਾਈਜ਼ ਵੀ ਦੇਖੀਏ ਧਿਆਨ ਨਾਲ ਦੇਖੋ, ਪਹਿਲੀ ਗੱਲ ਕੀ ਕਹਿਣਾ ਚਾਹ ਰਿਹਾ, ਪਰਚੇਸਿਸ ਆਫ ਗੁड्स ਔਨ ਕ੍ਰੈਡਿਟ, ਠੀਕ ਹੈ, ਇਹ ਜਨਰਲ ਪ੍ਰੋਪਰ 'ਚ ਆਉਣੀ ਆ, ਨਹੀਂ ਆਉਣੀ ਆ, ਇਹ ਪਰਚੇਸਿਸ ਬੁੱਕ ਵਿੱਚ ਆਉਣਗੀਆਂ। ਸੇਲ ਆਫ ਆਫਿਸ ਫਰਨੀਚਰ ਫॉर कैश, ਸੇਲ ਆਫ ਆਫਿਸ ਫਰਨੀਚਰ ਫॉर कैश, ਜੇ ਕੈਸ਼ ਵਿੱਚ ਹੈ ਤਾਂ ਕਿੱਥੇ ਆਵੇਗਾ, कैश बुक विच आएगा, ठीक है। तीजा की है डिस्काउंटिंग ऑफ बिल ऑफ एक्सचेंज विद द बैंक, जे मैं डिस्काउंट कराया बैंक का तो डबल कॉलम कैश बुक च आ जाएगा, कैश बुक दे डबल कॉलम कैश बुक, ये भी नहीं आएगा। चौथा की है एंडोर्समेंट ऑफ द बिल ऑफ एक्सचेंज सेटलमेंट ऑफ द डेबिट ऑफ बिजनेस, मैं एंडोर्स किया बिल, ठीक है ना, एंडोर्स किया, इस मतलब कि ये कोई पर्टिकुलर बुक विच नहीं आएगा, ये क्योंकि इसका सिंपल की काम है कि इंडोर्स कर रहे हैं, मतलब कि थर्ड पार्टी में दे रहा है, ए तो बी पार्टी बिल एक्सचेंज होना सी, जो बिल एक्सचेंज हो गया अगों ए ने सी नूं देता, सी ए दा क्रेडिटर सी, ठीक है, ए ने सी नूं पैसे देने सी, तो बिल चक के उन्हें एंडोर्स सी नूं करता।
ਤਾਂ ਇਹ ਐਂਟਰੀ ਐਸੀ ਐਂਟਰੀ ਕਿੱਥੇ ਆਉਂਦੀ ਹੁੰਦੀ ਹੈ ਦੱਸੋ। ਇਹ ਆਏਗੀ ਐਂਟਰੀ ਜਨਰਲ ਪ੍ਰੋਪਰ ਵਿੱਚ। ਠੀਕ ਹੈ ਫਰੈਂड्स, ਤਾਂ ਬੀ ਆਪਸ਼ਨ ਆਏਗਾ। परचेस ऑफ फिक्स एसेट्स ऑन क्रेडिट, मैंने फिक्स एसेट क्रेडिट ते परचेस किते, कित्थे रिकॉर्ड करांगा मैं? जनरल प्रॉपर च करांगा, कैश बुक च करांगा, लैजर च करांगा, परचेस बुक च करांगा? किहड़ा ऑप्शन ठीक होएगा इस चों? वो आएगा डी ऑप्शन। ठीक है, परचेसिस कर रहा फिक्स एसेट की गल कर रहा मैं, गुड्स की गल नहीं कर रहा। जे गुड्स की गल करता तो मैं परचेस बुक च पांदा। ठीक है, लैजर च मैं सीधा नहीं पा सकता, मैं उन्होंने पहले जनरल एंट्री या कोई बुक बुक मतलब जे बुक च नहीं पा रहा तो जनरल एंट्री च पाना जरूरी है। कैश बुक च मैं नहीं पा सकता क्योंकि कैश तो नहीं है, ऑन क्रेडिट ते है, तो वो कित्थे आ जाती है? ਜਿਹੜੀ ਮੇਰੀ ਕੈਸ਼ ਤੇ ਨਹੀਂ ਹੈ, ਜਿਹੜੀ ਮੇਰੀ ਕ੍ਰੈਡਿਟ ਤੇ ਨਹੀਂ ਹੈ ਗੁड्स ਦੀਆਂ, ਬਾਕੀ ਇਹਨਾਂ ਦੋਨਾਂ ਨੂੰ ਛੱਡ ਕੇ ਜਿਹੜੀ ਰਿਮੇਨਸ ਐਂਟਰੀਜ਼ ਨੇ, ਠੀਕ ਹੈ, ਜੋ ਨਾ ਤਾਂ ਕ੍ਰੈਡਿਟ ਔਨ ਪਰਚੇਸਿਸ ਤੇ ਨੇ ਨਾ ਕ੍ਰੈਡਿਟ ਔਨ ਸੇਲਸ ਤੇ ਨੇ, ਠੀਕ ਹੈ, ਉਹਨਾਂ ਦੋਨਾਂ ਨੂੰ ਛੱਡ ਕੇ ਤੇ ਜੋ ਕੈਸ਼ ਤੇ ਨੇ ਤੇ ਉਹਨਾਂ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਐਂਟਰੀਆਂ ਨੇ, ਕੈਸ਼ ਵਾਲੇ ਨੂੰ ਛੱਡ ਕੇ ਕ੍ਰੈਡਿਟ ਵਾਲਿਆਂ ਨੂੰ ਛੱਡ ਕੇ ਜੋ ਗੁड्स ਉੱਪਰ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੀ ਐਂਟਰੀਆਂ ਮੇਰੀਆਂ ਜਨਰਲ ਪ੍ਰੋਪਰ ਚ ਆਉਂਦੀਆਂ ਨੇ। ਸੋ ਉਹਦੇ ਜਨਰਲ ਪ੍ਰੋਪਰ ਡੀ ਆਪਸ਼ਨ। ਵਿਚ ਆਫ ਦਾ ਫੋਲੋਇੰਗ ਇਜ਼ ਆਰ ਫਿਕਸਡ ਐਸਟ, ਕਿਹੜੇ ਇਹਨਾਂ ਚੋਂ ਫਿਕਸਡ ਐਸਟ ਨੇ? ਕਲੋਜ਼ਿੰਗ ਇਨਵੈਂਟਰੀ, ਫਿਕਸਡ ਡਿਪੋਜ਼ਿਟ ਇਨ ਦਾ ਬੈਂਕ, ਪੇਟੈਂਟਸ, ਪ੍ਰੀਪੇਡ ਐਕਸਪੈਂਸਿਸ। ਦੱਸੋ ਇਸ ਆਪਸ਼ਨ ਕਿਹੜਾ ਹੋਏਗਾ? सी ऑप्शन होएगा, पेटेंट्स। ठीक है ना, फिक्स एसेट ने, इंटेंजिबल एसेट ने। ठीक है फ्रेंड्स, एसेट्स ने। अगला क्वेश्चन है, इफ मशीनरी काउंट्स डेबिटेड विद द अमाउंट ऑफ रिपेयर्स इनकर्ड ऑन द मशीन, दिस इज एग्जांपल ऑफ कंपनसेटिंग एरर, एरर ऑफ द प्रिंसिपल, एरर ऑफ कमीशन, एरर ऑफ ओमिशन। दसो मैंने कोई मशीनरी अकाउंट ਨੂੰ ਡੈਬਿਟ ਕਰਤਾ, ਕਿਸ ਦੇ ਬਿਹਾਫ ਤੇ? ਕੋਈ ਰਿਪੇਅਰ ਕਰਾਈ ਮੈंने ਮਸ਼ੀਨ ਦੀ, मैंने ਰਿਪੇਅਰ ਕਰਾਈ ਹੈ ਮਸ਼ੀਨ ਦੀ। ਕਿਹੜਾ ਐਗਜ਼ਾਮਪਲ ਹੈ? ਮਸ਼ੀਨਰੀ ਅਕਾਊਂਟ ਨੂੰ ਕਿਵੇਂ ਡੈਬਿਟ ਕਰ ਦਾਂਗਾ ਮੈਂ? ਕੋਈ ਐਰਰ ਹੋਇਆ ਇਹਦਾ ਮਤਲਬ? ਦੱਸੋ ਕਿਹੜਾ ਕਨਸੈਪਟ ਲੱਗੇਗਾ ਉਰੇ? उधर लगेगा प्रिंसिपल एरर। ठीक है ना, उरे एक्सपेंसिस की गल हो रही है, इरेक्शन की गल नहीं हो रही। ठीक है, इरेक्शन तो एक्सपेंसिस फर्क है। एक्सपेंसिस की गल हो रही है तो मैं एक्सपेंसिस अकाउंट में ही डेबिट करांगा, टू कैश करांगा। ठीक है, इस विच मशीनरी अकाउंट में नहीं डेबिट किया जा सकता। ठीक है, अगला क्वेश्चन है, एन इन्वेस्टमेंट इज द वन एसेट अकाउंट में लीड टू, जे मैं इन्वेस्टमेंट हो रही है पर्टिकुलर एक वन एसेट विच तो की हो रहा है? लाइबिलिटी वध रही है, डिक्रीज हो रहा है, ईच और ए एंड बी हो रहा है या बोथ ए एंड बी हो रहा है? दसो सोचो ਕਿਹੜਾ ऑप्शन ठीक होएगा इस चों? ध्यान नाल सोचो, तो थोड़ा बरीक ना सोचोगे तो आंसर निकल आएगा। इसका आंसर तुसीं मैनू कमेंट सैक्शन च करियो। ठीक है फ्रेंड्स, मैं देखना चाहांगा किन्ने बच्चे इसका आंसर दिता है। ठीक है, एक पहले जो क्वेश्चन पूछा से एक तो मैं नैक्सट लैक्चर में जरूर लवांगा। ठीक है, तो जो मेरे पिछले लैक्चर में मैं जिन्ने भी क्वेश्चन पूछे मैं सारे क्वेश्चन लवांगा। ठीक है, एक क्वेश्चन का आंसर मैं जरूर दियो। ठीक है, मैं कमेंट भी जो रिप्लाई करांगे तो क्वेश्चन आंसर ठीक है या नहीं है। ठीक है ना, मैं देखना चाहना कि तो कंसैप्ट क्लीयर है ना, थोड़ा बरीक ना समझियो। तो तुहानूं एक बार ये पता लग गया ना, जे मैं कोई इन्वेस्टमेंट हो रही एक वन एसेट विच तो की होएगा? लाइबिलिटी इनक्रीज होएगी, डिक्रीज होएगा एसेट, या ईच और ए एंड बी होएगा या बोथ ए एंड बी होएगा? ठीक है, अगला क्वेश्चन है, दिस टाइप ऑफ अकाउंट विद द नेम क्रेडिट बैलेंस, जिदा क्रेडिट बैलेंस होवे, एक्सपेंसिस अकाउंट होएगा, एसेट अकाउंट होएगा, रेवेन्यू अकाउंट होएगा, सस्पेंस अकाउंट होएगा?
ਜੇ ਤੁਹਾਨੂੰ ਅਕਾਊਂਟਸ ਦਾ ਰੂਲ ਪਤਾ ਤੁਸੀਂ ਇਹਨੂੰ ਆਰਾਮ ਨਾਲ ਕਰ ਸਕਦੇ ਹੋ। ਇਹਦਾ ਆਂਸਰ ਆਏਗਾ ਰੈਵਨਿਊ ਅਕਾਊਂਟ। ਰੈਵਨਿਊ ਅਕਾਊਂਟ ਕੀ ਕਹਿੰਦਾ ਹੈ? ਕ੍ਰੈਡਿਟ ਆਲ ਇਨਕਮਸ ਐਂਡ ਗੇਨਸ, ਤਾਂ ਕ੍ਰੈਡਿਟ ਬੈਲੈਂਸ ਹੀ ਹੋਏਗਾ। ਐਕਸਪੈਂਸਿਸ ਡੈਬਿਟ ਬੈਲੈਂਸ ਹੋਏਗਾ, ਖਰਚਾ ਹੈ ਨੋਮੀਨਲ ਅਕਾਊਂਟ, ਡੈਬਿਟ ਆਲ ਐਕਸਪੈਂਸਿਸ, ਠੀਕ ਹੈ। ਐਸੈਟ ਦਾ ਡੈਬਿਟ ਬੈਲੈਂਸ ਹੋਏਗਾ, ਡੈਬਿਟ ਵਰਸ ਕਮਸ ਇਨ। ਸਸਪੈਂਸ ਅਕਾਊਂਟ ਨੋਮੀਨਲ ਅਕਾਊਂਟ, ਡੈਬਿਟ ਆਲ ਐਕਸਪੈਂਸਿਸ, ਠੀਕ ਹੈ। ਸਸਪੈਂਸ ਅਕਾਊਂਟ ਵੈਸੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਾਮ ਹੈ ਕੋਈ ਨੋਮੀਨਲ ਅਕਾਊਂਟ ਹੋਏਗਾ, ਸੌਰੀ, ਬਟ ਉਰੇ ਆਪਾਂ ਇੱਕ ਟੈਂਪਰੇਰੀ ਅਕਾਊਂਟ ਕਹਿ ਸਕਦੇ ਹਾਂ, ਠੀਕ ਹੈ। ਇਹ ਸਾਨੂੰ ਪਤਾ ਹੀ ਨਹੀਂ ਹੈ ਕਿ ਕਿਹੜੀ ਅਮਾਊਂਟ ਹੈ। ਜੇ ਸਾਨੂੰ ਪਤਾ ਲੱਗਿਆ ਅਮਾਊਂਟ ਤਾਂ ਹੀ ਉਹਦਾ ਅਕਾਊਂਟ ਆਪਾਂ ਕ੍ਰੀਏਟ ਕਰ ਸਕਦੇ ਹਾਂ। ਤਾਂ ਉਸ ਬਿਹਾਵ ਤੇ ਜਿਹੜਾ ਕ੍ਰੈਡਿਟ ਬੈਲੈਂਸ ਹੈ ਉਹ ਆਪਣੇ ਤਿੰਨਾਂ ਵਿੱਚੋਂ ਹੀ ਮੰਨਿਆ ਜਾਏਗਾ, ਐਕਸਪੈਂਸਿਸ ਚੋਂ ਮੰਨਿਆ ਜਾਏਗਾ, ਜਾਂ ਐਸੈਟ ਚੋਂ ਮੰਨਿਆ ਜਾਏਗਾ, ਜਾਂ ਰੈਵਨਿਊ ਅਕਾਊਂਟ ਚੋਂ ਮੰਨਿਆ ਜਾਏਗਾ। ਸਸਪੈਂਸ ਅਕਾਊਂਟ ਸਾਨੂੰ ਜਿਹੜੀ ਅਮਾਊਂਟ ਹੈ, ਤੁਹਾਨੂੰ ਦੱਸਿਆ ਸਸਪੈਂਸ ਅਕਾਊਂਟ ਕੀ ਹੁੰਦਾ ਹੈ ਕਿ ਸਾਨੂੰ ਪਤਾ ਨਹੀਂ ਅਮਾਊਂਟ ਕਿਹੜੀ ਘਟ ਰਹੀ ਹੈ। ਵਨ ਸਾਈਡਡ ਦਾ ਐਰਰ ਆ ਰਿਹਾ ਟ੍ਰਾਇਲ ਬੈਲੈਂਸ ਦਾ, ਠੀਕ ਹੈ ਨਾ। ਟ੍ਰਾਇਲ ਬੈਲੈਂਸ ਦਾ ਜਦੋਂ ਐਰਰ ਆ ਰਿਹਾ ਹੁੰਦਾ ਤਾਂ ਆਪਾਂ ਸਸਪੈਂਸ ਅਕਾਊਂਟ ਪਾ ਕੇ ਉਸ ਸਾਈਡ ਨੂੰ ਬਰਾਬਰ ਕਰ ਦਿੰਦੇ ਹਾਂ, ਤਾਂ ਸਾਡੀ ਟੋਟਲ ਸਹੀ ਹੋ ਜਾਂਦੀ ਹੈ, ਠੀਕ ਹੈ ਨਾ। ਤਾਂ ਸਸਪੈਂਸ ਅਕਾਊਂਟ ਤਾਂ ਹੋ ਹੀ ਨਹੀਂ ਸਕਦਾ, ਉਹਦਾ ਕੀ ਪਤਾ ਉਹਦਾ ਡੈਬਿਟ ਹੋਏਗਾ ਜਾਂ ਕ੍ਰੈਡਿਟ ਬੈਲੈਂਸ ਹੋਏਗਾ, ਕੁਛ ਨਹੀਂ ਪਤਾ ਕਿਹੜੀ ਅਮਾਊਂਟ ਸੀ, ਠੀਕ ਹੈ ਨਾ। ਠੀਕ ਹੈ, ਤਾਂ ਰੈਵਨਿਊ ਅਕਾਊਂਟ ਕ੍ਰੈਡਿਟ ਦਾ ਬੈਲੈਂਸ ਹੁੰਦਾ, ਠੀਕ ਹੈ। ਸੋ ਬੀ ਸੀ ਆਪਸ਼ਨ ਠੀਕ ਹੈ। ਐਸੈਟ ਡੈਬਿਟ ਬੈਲੈਂਸ ਹੁੰਦਾ, ਐਕਸਪੈਂਸਿਸ ਡੈਬਿਟ ਬੈਲੈਂਸ ਹੁੰਦਾ। Any income or profit derived by the carrying on the business or during the course of the business, ਠੀਕ ਹੈ। ਜੇ ਕੋਈ ਇਨਕਮ ਮੈਨੂੰ ਹੋ ਰਹੀ ਹੈ ਜਦੋਂ ਮੈਂ ਬਿਜ਼ਨਸ ਚਲਾ ਰਿਹਾ ਡਿਊਰਿੰਗ ਦਾ ਕੋਰਸ ਆਫ ਦਾ ਬਿਜ਼ਨਸ, ਠੀਕ ਹੈ। ਜਦੋਂ ਪਰਟੀਕੂਲਰ ਪੀਰੀਅਡ ਵਿੱਚ ਮੇਰਾ ਜਿਹੜਾ ਬਿਜ਼ਨਸ ਚੱਲ ਰਿਹਾ ਉਸ 'ਚੋਂ ਮੈਨੂੰ ਜਾਂ ਇਨਕਮ ਜਾਂ ਪ੍ਰੋਫਿਟ ਹੋ ਰਹੀ ਹੈ, ਉਹ ਕਿਹੜਾ ਹੋਏਗਾ, ਕਿਹੜਾ ਰਿਸਿਪਟ ਹੋਏਗੀ? ਕੈਪੀਟਲ ਰਿਸਿਪਟ ਹੋਏਗੀ, ਰੈਵਨਿਊ ਰਿਸਿਪਟ ਹੋਏਗੀ, ਰੈਵਨਿਊ ਗੇਨ ਹੋਏਗਾ, ਕੈਪੀਟਲ ਗੇਨ ਹੋਏਗਾ। ਮੈਨੂੰ ਪਰਟੀਕੂਲਰ ਪੀਰੀਅਡ ਵਿੱਚ ਜਾਂ ਇਨਕਮ ਹੋ ਰਹੀ ਹੈ ਜਾਂ ਪ੍ਰੋਫਿਟ ਹੋ ਰਿਹਾ, ਦੱਸੋ। ਇਹ ਹੋਏਗੀ ਰੈਵਨਿਊ ਰਿਸਿਪਟ, ਠੀਕ ਹੈ ਫਰੈਂਡਸ। ਇਸ ਵਿੱਚ ਨਾ ਤਾਂ ਰੈਵਨਿਊ ਗੇਨ ਹੋਏਗਾ, ਨਾ ਤਾਂ ਕੈਪੀਟਲ ਗੇਨ ਹੋਏਗਾ, ਨਾ ਕੈਪੀਟਲ ਰਿਸਿਪਟ ਹੋਏਗੀ। ਕੈਪੀਟਲ ਮਤਲਬ ਲੌਂਗ ਟਰਮ ਦੀ ਹੁੰਦੀ ਹੈ, ਇਹ ਇੱਕ ਪੀਰੀਅਡ ਦੀ ਗੱਲ ਕਰ ਰਿਹਾ, ਠੀਕ ਹੈ। ਪਰਚੇਸਿਸ ਅਕਾਊਂਟ ਵਿਲ ਹੈਵ, ਪਰਚੇਸਿਸ ਅਕਾਊਂਟ ਦਾ ਕੀ ਹੁੰਦਾ ਹੈ? ਨੋ ਬੈਲੈਂਸ ਐਟ ਆਲ ਹੁੰਦਾ ਹੈ, ਜਾਂ ਡੈਬਿਟ ਬੈਲੈਂਸ ਹੁੰਦਾ, ਕ੍ਰੈਡਿਟ ਬੈਲੈਂਸ ਹੁੰਦਾ, ਡੈਬਿਟ ਔਰ ਕ੍ਰੈਡਿਟ ਹੁੰਦਾ, ਦੱਸੋ। ਇਹਦਾ ਆਂਸਰ ਆਏਗਾ ਬੀ, ਇਹਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ ਹੈ, ਠੀਕ ਹੈ ਫਰੈਂਡਸ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਆਰ ਟਰੂ? A sale of an asset is recorded in the sale book. Total of return outward is debited to the return outward. The balance of the petty cash book is in a liability. Cash book is a subsidiary book as well as ledger. ਵਿੱਚੋਂ ਕਿਹੜੀ ਸਟੇਟਮੈਂਟ ਟਰੂ ਹੈ? ਧਿਆਨ ਨਾਲ ਦੇਖੋ, ਓਡ ਈਵਨ ਲਾਓ ਜਾਂ ਤਾਂ ਸਮਝੋ ਇੱਕ ਸਟੇਟਮੈਂਟ, ਤੁਹਾਨੂੰ ਆਨਸਰ ਨਿਕਲ ਆਏਗਾ ਤੁਹਾਡਾ। ਕੈਸ਼ ਬੁੱਕ ਇਜ਼ ਅ ਸਬਸਿਡਰੀ ਬੁੱਕ ਐਜ਼ ਵੈਲ ਐਜ਼ ਲੈਜਰ, ਡੀ ਆਪਸ਼ਨ, ਠੀਕ ਹੈ ਫਰੈਂਡਸ। ਤੁਹਾਨੂੰ ਜਦੋਂ ਕੈਸ਼ ਬੁੱਕ ਆਇਆ ਤੁਹਾਨੂੰ ਦੱਸਿਆ ਸੀ ਇੱਕ ਤਾਂ ਸਬਸਿਡਰੀ ਬੁੱਕ ਵੀ ਹੈ ਅਤੇ ਲੈਜਰ ਵੀ ਹੈ। ਇੱਕ ਹੀ ਬੁੱਕ ਵਿੱਚ ਸਭ ਕੁਝ ਕ੍ਰੀਏਟ ਕਰ ਰਹੇ ਹਾਂ ਆਪਾਂ, ਠੀਕ ਹੈ। ਡਬਲ ਕੋਲਮ, ਟ੍ਰਿਪਲ ਕੋਲਮ, ਇੱਕ ਤਰ੍ਹਾਂ ਦਾ ਲੈਜਰ ਵੀ ਬਣ ਰਿਹਾ, ਓਰੀਜਨਲ ਐਂਟਰੀ ਵੀ ਬਣ ਰਹੀ ਹੈ, ਸਬਸਿਡਰੀ ਬੁੱਕ ਵੀ ਇੱਕ ਤਰ੍ਹਾਂ ਨਾਲ, ਠੀਕ ਹੈ ਫਰੈਂਡਸ। ਸੋ ਡੀ ਆਪਸ਼ਨ। ਕਲੋਜ਼ਿੰਗ ਸਟਾਕ ਇਜ਼ ਜਨਰਲੀ ਵੈਲਿਊ ਐਡ। ਕਲੋਜ਼ਿੰਗ ਸਟਾਕ ਨੂੰ ਆਪਾਂ ਕਿਸ ਵੈਲਿਊ ਉੱਪਰ ਕਰਦੇ ਹਾਂ? ਕੋਸਟ ਪ੍ਰਾਈਸ ਉੱਪਰ ਕਰਦੇ ਹਾਂ, ਮਾਰਕੀਟ ਪ੍ਰਾਈਸ ਉੱਪਰ ਕਰਦੇ ਹਾਂ, ਕੋਸਟ ਪ੍ਰਾਈਸ ਔਰ ਮਾਰਕੀਟ ਪ੍ਰਾਈਸ ਵਿੱਚ ਐਵਰੇਜ ਹਾਈਅਰ ਕਰਦੇ ਹਾਂ, ਜਾਂ ਕੋਸਟ ਪ੍ਰਾਈਸ ਮਾਰਕੀਟ ਪ੍ਰਾਈਸ ਵਿੱਚ ਐਵਰੇਜ ਲੋਅਰ ਕਰਦੇ ਹਾਂ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਸੋਚੋ। ਇਹਦਾ ਹੋਏਗਾ ਡੀ ਆਪਸ਼ਨ। ਜਿਹੜੇ ਕਲੋਜ਼ਿੰਗ ਸਟਾਕ ਲੈਂਦੇ ਹਾਂ ਆਪਾਂ ਉਹ ਜਾਂ ਤਾਂ ਕੋਸਟ ਪ੍ਰਾਈਸ ਉੱਪਰ ਲਵਾਂਗੇ ਜਾਂ ਮਾਰਕੀਟ ਪ੍ਰਾਈਸ ਉੱਪਰ ਲਵਾਂਗੇ, ਜਿਹੜਾ ਘੱਟ ਹੋਏਗਾ, ਠੀਕ ਹੈ। ਅਗਲਾ ਕੁਐਸਚਨ ਹੈ, ਇਫ ਦਾ ਓਪਨਿੰਗ ਇਨਵੈਂਟਰੀ ਆਫ ਦ ਬਿਜ਼ਨਸ ਇਜ਼ ਅੰਡਰ ਕਾਸਟ। ਜੇ ਮੇਰੀ ਓਪਨਿੰਗ ਸਟਾਕ ਜਿਹੜਾ ਘੱਟ ਹੋਵੇ, ਠੀਕ ਹੈ, ਅੰਡਰ ਕਾਸਟ ਹੋਵੇ, ਠੀਕ ਹੈ, ਜੋ ਵੈਲਿਊ ਹੋਣੀ ਚਾਹੀਦੀ ਉਹਦੇ ਨਾਲੋਂ ਘੱਟ ਹੋਵੇ, ਤਾਂ ਇਟ ਵਿਲ ਮਤਲਬ ਕਿ ਇਨਕਰੀਜ਼ ਦਾ ਗਰੋਸ ਪ੍ਰੋਫਿਟ, ਡਿਕਰੀਜ਼ ਦੀ ਨੈਟ ਪ੍ਰੋਫਿਟ, ਡਿਕਰੀਜ਼ ਦੀ ਗਰੋਸ ਪ੍ਰੋਫਿਟ ਐਜ਼ ਵੈਲ ਐਸ ਨੈਟ ਪ੍ਰੋਫਿਟ। ਜਾਂ ਤਾਂ ਪਹਿਲਾ ਆਪਸ਼ਨ ਕਹਿ ਰਿਹਾ ਕਿ ਜਾਂ ਤਾਂ ਮੇਰਾ ਗਰੋਸ ਪ੍ਰੋਫਿਟ ਵੱਧ ਰਿਹਾ ਅਤੇ ਨੈਟ ਪ੍ਰੋਫਿਟ ਘੱਟ ਰਿਹਾ। ਦੂਜਾ ਕਹਿ ਰਿਹਾ ਜਾਂ ਤਾਂ ਦੋਨੋਂ ਘੱਟ ਰਹੇ ਨੇ, ਗਰੋਸ ਪ੍ਰੋਫਿਟ ਅਤੇ ਨੈਟ ਪ੍ਰੋਫਿਟ। ਤੀਜਾ ਕਹਿ ਰਿਹਾ ਵੈਲਿਊ ਆਫ ਐਸਟ ਵੱਧ ਰਹੇ ਨੇ, ਅਤੇ ਚੌਥਾ ਕਹਿ ਰਿਹਾ ਗਰੋਸ ਪ੍ਰੋਫਿਟ ਵੀ ਵੱਧ ਰਹੇ ਨੇ ਅਤੇ ਨੈਟ ਪ੍ਰੋਫਿਟ ਵੱਧ ਰਹੇ ਨੇ। ਜੇ ਅੰਡਰ ਕਾਸਟ ਹੋਵੇ ਓਪਨਿੰਗ ਇਨਵੈਂਟਰੀ, ਯਾਨੀ ਕਿ ਓਪਨਿੰਗ ਸਟਾਕ, ਕੋਸਟ ਆਫ ਗੁੱਡ ਸੋਲ ਦੀ ਗੱਲ ਕਰ ਰਿਹਾ ਉਹ, ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ?
ਇਹਦਾ ਆਨਸਰ ਆਏਗਾ ਡੀ। ਡੀ ਕਿਉਂ ਆਏਗਾ ਤੁਹਾਨੂੰ ਮੈਂ ਦੱਸਦਾ। ਓਪਨਿੰਗ ਇਨਵੈਂਟਰੀ ਦੀ ਗੱਲ ਕਰ ਰਿਹਾ। ਓਪਨਿੰਗ ਇਨਵੈਂਟਰੀ ਕੀ ਹੁੰਦੀ ਹੈ? ਕੋਸਟ ਆਫ ਗੁੱਡ ਸੋਲਡ ਦੀ ਗੱਲ ਕਰ ਰਿਹਾ। ਜੇ ਮੈਂ ਕੋਸਟ ਆਫ ਗੁੱਡ ਸੋਲਡ ਦੀ ਅੰਡਰ ਕਾਸਟ ਹੋਏਗੀ ਵੈਲਿਊ, ਸਹੀ ਵੈਲਿਊ ਨਾਲੋਂ ਜੇ 10,000 ਦੀ ਵੈਲਿਊ ਸੀ 9,000 ਦੀ ਵੈਲਿਊ ਹੋਏਗੀ। 1,000 ਦਾ ਫਰਕ ਆ ਗਿਆ। 1,000 ਅੰਡਰ ਕਾਸਟ ਹੈ, ਠੀਕ ਹੈ। 9,000 ਪਲੱਸ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ, ਤਾਂ ਜਿਹੜੀ ਇਹ ਵੈਲਿਊ ਆਏਗੀ ਉਹ 1,000 ਘੱਟ ਆਏਗੀ। ਜੇ 1,000 ਘੱਟ ਆਏਗੀ ਵੈਲਿਊ, ਜੇ 1,000 ਘੱਟ ਹੈ, ਜਿਹੜੀ ਸੇਲ ਹੈ, ਠੀਕ ਹੈ, ਸੇਲ ਤੋਂ ਜੇ 9,000 ਮਾਈਨਸ ਹੋਣਾ ਸੀ, ਠੀਕ ਹੈ, ਸੇਲ ਤੋਂ ਜੇ ਕੋਸਟ ਸਪੋਜ਼ ਕਰੋ 12,000 ਦੀ ਸੇਲ ਸੀ ਤੇ 9,000 ਦੀ ਕੋਸਟ ਆਫ ਗੁੱਡ ਸੋਲਡ ਸੀ, ਠੀਕ ਹੈ। 12 ਚੋਂ 9 ਮਾਈਨਸ ਹੋਣਾ ਸੀ, ਹੈ ਨਾ, ਜਿਹੜੇ ਮਾਈਨਸ ਹੋਣਾ ਸੀ, ਬਟ ਆਪਾਂ ਨੇ ਮਾਈਨਸ ਕਿੰਨਾ ਕੀਤਾ ਹੈ? 8,000। ਜਿਹੜਾ 1,000 ਦਾ ਅੰਡਰ ਕਾਸਟ ਵੈਲਿਊ ਆਈ ਉਹ ਮੇਰੇ ਪ੍ਰੋਫਿਟ ਨੂੰ ਵਧਾ ਦੇਗੀ, ਨਹੀਂ ਵਧਾ ਦੇਗੀ? ਜਿਵੇਂ ਆ ਦੇਖੋ ਨਾ, ਜਿਵੇਂ ਸੇਲ ਹੈ, ਠੀਕ ਹੈ, ਸੇਲ ਹੈ, ਸੇਲ ਸਮਝੋ ਤੁਸੀਂ ਮੇਰੀ 12,000 ਸੀ, ਠੀਕ ਹੈ। ਕੋਸਟ ਆਫ ਗੁੱਡ ਸੋਲਡ ਹੈ, ਇਹਦੇ ਵਿੱਚ ਓਪਨਿੰਗ ਵੈਲਿਊ ਸੀ ਜਿਹੜੀ, ਠੀਕ ਹੈ ਨਾ, ਓਪਨਿੰਗ ਵੈਲਿਊ ਸੀ ਉਹ 1,000 ਰੁਪਇਆ ਘੱਟ ਸੀ, 1,000 ਰੁਪਇਆ ਘੱਟ ਦਿਖਾ ਰਿਹਾ ਉਹ, ਠੀਕ ਹੈ। ਤਾਂ ਜੇ ਮੈਂ 1,000 ਰੁਪਏ ਘੱਟ ਹੋਣ ਕਰਕੇ ਇਹਦੀ ਮੇਰੇ ਕੋਸਟ ਆਫ ਕੋਸਟ ਆਫ ਗੁੱਡ ਸੋਲਡ ਦੀ ਟੋਟਲ ਵੈਲਿਊ ਜਿਹੜੀ ਹੈ ਜਾਂ ਤਾਂ 8,000 ਬਣੀ, ਸਪੋਜ਼ ਕਰੋ 8,000 ਬਣੀ, ਤਾਂ 8,000 ਬਣੀ 1,000 ਰੁਪਏ ਘੱਟ ਹੋਣ ਤੋਂ ਬਾਅਦ। ਨਹੀਂ ਤਾਂ ਕਿੰਨਾ ਬਣਨਾ ਸੀ? 9,000 ਬਣਨਾ ਸੀ। ਅੰਡਰ ਕਾਸਟ ਮਤਲਬ ਕਿ ਓਪਨਿੰਗ ਇਨਵੈਂਟਰੀ ਅੰਡਰ ਕਾਸਟ ਦਿਖਾ ਰਿਹਾ ਸੀ, ਅੰਡਰ ਕਾਸਟ ਦੀ ਗੱਲ ਕਰ ਰਿਹਾ, ਤਾਂ 1,000 ਰੁਪਏ ਘੱਟ ਸੀ, ਤਾਂ ਉਰੇ ਮੇਰੀ ਕਿੰਨੀ ਬਣੀ ਪ੍ਰੋਫਿਟ? 4,000 ਬਣਿਆ, 4,000 ਬਣਿਆ ਨਾ। ਜੇ ਅੰਡਰ ਕਾਸਟ ਨਾ ਹੁੰਦਾ ਉਰੇ 9,000 ਬਣਦਾ, ਠੀਕ ਹੈ ਨਾ, ਤਾਂ ਫਿਰ ਉਰੇ 3,000 ਬਣਦਾ। ਇਸਦਾ ਮਤਲਬ ਮੇਰਾ ਗਰੋਸ ਪ੍ਰੋਫਿਟ ਵਧਾਤਾ। ਜੇ ਮੇਰਾ ਗਰੋਸ ਪ੍ਰੋਫਿਟ ਵਧਾਤਾ ਅੰਡਰ ਕਾਸਟ ਨੇ, ਤਾਂ ਮੇਰਾ ਨੈਟ ਪ੍ਰੋਫਿਟ ਵੀ ਵਧਾਤਾ। ਨੈਟ ਪ੍ਰੋਫਿਟ ਮਤਲਬ ਪੀਐਲ ਅਕਾਊਂਟ ਵਿੱਚ, ਪੀਐਲ ਅਕਾਊਂਟ 'ਚ ਗਰੋਸ ਪ੍ਰੋਫਿਟ ਤਾਂ ਅੱਗੋਂ ਟ੍ਰਾਂਸਫਰ ਹੁੰਦਾ ਪੀਐਲ ਅਕਾਊਂਟ 'ਚ ਕ੍ਰੈਡਿਟ ਸਾਈਡ 'ਤੇ, ਠੀਕ ਹੈ ਨਾ। ਨੈਟ ਪ੍ਰੋਫਿਟ ਵੀ ਵਧਾਤਾ। ਤੁਹਾਨੂੰ ਮੈਂ ਅੱਗੇ ਪੀਐਲ ਅਕਾਊਂਟ ਕਰਾਵਾਂਗਾ ਨਾ, ਤੁਹਾਨੂੰ ਸਮਝ ਆ ਜਾਏਗਾ। ਫਿਲਹਾਲ ਤੁਸੀਂ ਇਹ ਸਮਝੋ ਕਿ ਜੇ ਕੋਸਟ ਆਫ ਗੁੱਡ ਸੋਲਡ ਵਿੱਚੋਂ ਓਪਨਿੰਗ ਸਟਾਕ ਜਿਹੜੀ ਹੈ ਜਿਹਨੂੰ ਆਪਾਂ ਪਲੱਸ ਕਰਨੇ ਹੁੰਦੇ ਆ, ਜੇ ਉਹ ਘੱਟ ਜੇ ਅੰਡਰ ਕਾਸਟ ਹੋ ਜਾਵੇ ਤਾਂ ਉਹਦਾ ਆਟੋਮੈਟਿਕਲੀ ਗਰੋਸ ਪ੍ਰੋਫਿਟ ਤੇ ਨੈਟ ਪ੍ਰੋਫਿਟ ਉੱਪਰ ਫਰਕ ਪੈ ਜਾਂਦਾ, ਉਹ ਵੱਧ ਜਾਂਦੀ ਹੈ। ਸੋ ਡੀ ਆਪਸ਼ਨ ਆ ਜਾਏਗਾ ਉਰੇ। ਕਲੋਜ਼ਿੰਗ ਸਟਾਕ ਇਨ ਦਾ ਟਰਾਇਲ ਬੈਲੈਂਸ, ਜੇ ਟਰਾਇਲ ਬੈਲੈਂਸ ਇੰਪਲਾਈਜ਼ ਦੈਟ, ਜਿਹੜੀ ਕਲੋਜ਼ਿੰਗ ਸਟਾਕ ਟਰਾਇਲ ਬੈਲੈਂਸ ਆਉਂਦੀ ਉਹ ਕੀ ਕਿਸ ਤਰ੍ਹਾਂ ਦੀ ਹੁੰਦੀ ਆ? ਉਹ ਇਟ ਇਜ਼ ਆਲਰੇਡੀ ਐਡਜਸਟਡ ਇਨ ਦਾ ਓਪਨਿੰਗ ਸਟਾਕ, ਇਟ ਇਜ਼ ਐਡਜਸਟਡ ਇਨ ਦਾ ਪਰਚੇਸਿਸ ਅਕਾਊਂਟ, it is adjusted in the cost of sale account, it is adjusted in the PL account. ਇਹ ਐਡਜਸਟਡ ਹੁੰਦੀ ਹੈ ਨਾ, ਬੀ ਆਪਸ਼ਨ ਆ ਜਾਏਗਾ, ਠੀਕ ਹੈ ਨਾ। ਪਰਚੇਸਿਸ ਅਕਾਊਂਟ ਵਿੱਚੋਂ ਜਿੰਨਾ ਮਾਲ ਆਇਆ ਓਪਨਿੰਗ ਪਲੱਸ ਪਰਚੇਸਿਸ, ਠੀਕ ਹੈ, ਜਿਹੜਾ ਕਲੋਜ਼ਿੰਗ ਸਟਾਕ ਹੁੰਦਾ ਮਾਈਨਸ ਹੋ ਜਾਂਦਾ, तो एक तरह का एडजस्टेड ही होया ना, इट इज़ एडजस्टेड टू द इन द परचेसिस अकाउंट, ठीक है फ्रेंड्स। विच ऑफ द फॉलोइंग एरर इन इज एन एरर ऑफ ओमिशन, इन्हां चों किहड़ा एरर ऑफ ओमिशन है? मैं तुहानूं एरर ऑफ ओमिशन कराया, मैनूं दस्सिओ, मैं ऑप्शन बोलांगा, जदों मैं ऑप्शन आंसर दस्सांगा उदों तुहानूं मैं ਜਿਹੜੇ ਬੱਚੇ ਨੂੰ एरर ऑफ ओमिशन हले भी नहीं पता मैं उन्होंने एक्सप्लेन करांगा। पहले मैं ऑप्शन बोलदा, परचेसिस ऑफ 2,000 हैज़ बीन रिकॉर्डिड इन द शेयर रिटर्न बुक, ठीक है। मैंने परचेसिस की वैल्यू शेयर रिटर्न च पाती, जे एरर ਨੂੰ ਆਪਾਂ ਓਮਿਸ਼ਨ ਕਵਾਂਗੇ। ਦੂਜਾ ਕਹਿ ਰਿਹਾ ਰਿਪੇਅਰ ਟੂ ਮਸ਼ੀਨਰੀ ਹੈਜ਼ ਬੀਨ ਡੈਬਿਟਡ ਟੂ ਦਾ ਮਸ਼ੀਨਰੀ ਅਕਾਊਂਟ, ਜਿਹੜੀ ਮੈਂ ਰਿਪੇਅਰ ਕਰਾਈ ਮਸ਼ੀਨਰੀ ਦੀ ਉਹ ਮੈਂ ਮਸ਼ੀਨ ਅਕਾਊਂਟ ਨੂੰ ਡੈਬਿਟ ਕਰਤਾ। ਇਸ ਤਰ੍ਹਾਂ ਦੇ ਐਰਰ ਨੂੰ ਆਪਾਂ ਐਰਰ ਆਫ ਓਮਿਸ਼ਨ ਕਵਾਂਗੇ। ਜਾਂ ਦ ਟੋਟਲ ਆਫ ਪਰਚੇਸਿਸ ਜਨਰਲ ਹੈਜ਼ ਨੋਟ ਬੀਨ ਪੋਸਟਡ ਟੂ ਦਾ ਪਰਸਨਲੀ ਪਰਚੇਸਿਸ ਅਕਾਊਂਟ, ਜੇ ਮੇਰਾ ਜਿਹੜਾ ਜਿੰਨਾ ਵੀ ਟੋਟਲ ਪਰਚੇਸਿਸ ਦਾ ਉਹ ਮੈਨੇ ਪੋਸਟ ਨਹੀਂ ਕੀਤਾ, ਉਹ ਉਹਨੂੰ ਐਰਰ ਕਵਾਂਗੇ, ਆਫ ਓਮਿਸ਼ਨ ਕਵਾਂਗੇ। ਜਾਂ ਲੀਗਲ ਚਾਰਜਿਸ ਪੇਡ ਮਿਸਟਰ ਲੋਇਰ ਹੈਜ਼ ਬੀਨ ਡੈਬਿਟਡ ਟੂ ਹਿਸ ਅਕਾਊਂਟ, ਮੈਨੇ ਜਿਹੜੇ ਲੀਗਲ ਚਾਰਜਿਸ ਪੇਡ ਕੀਤੇ ਆ ਮਿਸਟਰ ਲੋਇਰ ਨੂੰ, ਤਾਂ ਮਤਲਬ ਕਿ ਮੈਂ ਡੈਬਿਟ ਉਸ ਲੋਇਰ ਨੂੰ ਅਕਾਊਂਟ ਨੂੰ ਕਰਤਾ, ਲੀਗਲ ਚਾਰਜਿਸ ਦੇ ਬਦਲੇ, ਲੀਗਲ ਚਾਰਜਿਸ ਦੇ ਬਦਲੇ ਮੈਨੇ ਲੋਅਰ ਅਕਾਊਂਟ ਨੂੰ ਕਰਤਾ। ਜਾਂ ਇਸ ਨੂੰ ਆਪਾਂ ਐਰਰ ਆਫ ਓਮਿਸ਼ਨ ਕਵਾਂਗੇ। ਕਿਹੜੀ ਸਟੇਟਮੈਂਟ ਨੂੰ ਆਪਾਂ ਐਰਰ ਆਫ ਓਮਿਸ਼ਨ ਕਹਾ ਜਾਏਗਾ, ਦੱਸੋ। ਇਹ ਕਹਾ ਜਾਏਗਾ ਟੋਟਲ ਆਫ ਪਰਚੇਸਿਸ ਜਨਰਲ ਹੈਜ਼ ਨੋਟ ਬੀਨ ਪੋਸਟਡ ਟੂ ਪਰਚੇਸ ਅਕਾਊਂਟ। ਐਸੀ ਐਂਟਰੀ ਜਿਹੜੀ ਮੈਂ ਪਾਣੀ ਭੁੱਲ ਗਿਆ, ਟੋਟਲ ਜਿਹੜਾ ਮੈंने ਪਰਚੇਸ ਕੀਤਾ ਸੀ ਜਨਰਲ ਦਾ, ਮੈंने ਪਰਚੇਸਿਸ ਅਕਾਊਂਟ ਵਿੱਚ ਪਾਣਾ ਹੀ ਭੁੱਲ ਗਿਆ, ਮੈंने ਅਕਾਊਂਟ ਵਿੱਚ ਪਾਇਆ ਹੀ ਨਹੀਂ। ਜਿਹੜੀ ਕੋਈ ਵੀ ਟ੍ਰਾਂਜੈਕਸ਼ਨ ਜਿਹੜੀ ਮੈਂ ਲੈਜਰ ਅਕਾਊਂਟ ਵਿੱਚ ਪਰਟੀਕੂਲਰ ਅਕਾਊਂਟ 'ਚ ਪਾਈ ਹੀ ਨਹੀਂ, ਉਹਦਾ ਨਾ ਤਾਂ ਅੱਗੋਂ ਕੋਈ ਟਰਾਇਲ ਬੈਲੈਂਸ ਦਾ ਮੈਨੂੰ ਇਫੈਕਟ ਦਿਖਾਏਗਾ, ਠੀਕ ਹੈ।
इसका मतलब ये की का आ जाएगा एरर ऑफ ओमिशन, जेडी कोई भी एंट्री ऐसी जेडी मैं पाई ही नहीं, मैं पोस्ट ही नहीं की। ठीक है फ्रेंड्स, अगला क्वेश्चन है द बैलेंस ऑफ विच ऑफ द फॉलोइंग अकाउंट डू नॉट डिसअपीयर, जिसका बैलेंस डिसअपीयर नहीं होता वंस दे आर डेबिटेड और क्रेडिट टू ट्रेडिंग अकाउंट। कोई ऐसा मतलब कि अकाउंट है जिसनों वो डिसअपीयर नहीं हो पाएगा जे वो डेबिट हो जाए जे वो क्रेडिट हो जाए, ज़्यादा डेबिट ज़्यादा क्रेडिट ट्रेडिंग अकाउंट विच ਕਿਹੜਾ ऑप्शन होएगा वो, सेल परचेज इन्वेंटरी टर्न्स क्लोजिंग स्टॉक। दसो ये होएगा क्लोजिंग स्टॉक। जब आप क्लोजिंग स्टॉक पा जाओ डिसअपीयर नहीं हो सकता। ठीक है फ्रेंड्स, विच ऑफ द फॉलोइंग विच ऑफ दिस ट्रांजैक्शन विल नॉट बी रिकॉर्डेड इन द कैश बुक, ਕਿਹੜੀ ट्रांजैक्शन आप कैश बुक रिकॉर्ड नहीं करते, कैश रिसीव फ्रॉम डेटर्स, कैश पे टू क्रेडिटर्स, सैलरी मेड आउटस्टैंडिंग, कैश डिपॉजिट विद द बैंक। ਕਿਹੜੀ ਐਂਟਰੀ ਜਿਹੜੀ ਹੈ ਉਹ ਮੈਂ ਅਸੀਂ ਕੈਸ਼ ਬੁੱਕ ਵਿੱਚ ਨਹੀਂ ਰਿਕਾਰਡ ਕਰਦੇ। ਜੇ ਇੱਕ ਇੱਕ ਸਟੇਟਮੈਂਟ ਨੂੰ ਦੇਖੋ ਤੁਹਾਨੂੰ ਸਮਝ ਆ ਜਾਏਗਾ। ਕਿਹੜਾ ਆਪਸ਼ਨ ਹੋਏਗਾ, ਇਹ ਹੋਏਗਾ ਦੱਸੋ, सी ऑप्शन। ठीक है फ्रेंड्स, आसान सी ना। सैलरी रिमेन्ड आउटस्टैंडिंग, ਜਿਹੜੀ ਆਊਟਸਟੈਂਡਿੰਗ ਹੈ ਤਾਂ ਮਤਲਬ ਕੈਸ਼ ਵਿੱਚ ਕੋਈ ਉਹ ਆਊਟਸਟੈਂਡਿੰਗ ਰਹੀ, ਇਹਦੀ ਕੋਈ ਟ੍ਰਾਂਜੈਕਸ਼ਨ ਉਸ ਵਿੱਚ ਨਹੀਂ ਹੋਈ, ਕ੍ਰੀਏਟ ਨਹੀਂ ਹੋਈ, ਤਾਂ ਉਸ ਮਤਲਬ ਕੈਸ਼ ਬੁੱਕ ਵਿੱਚ ਨਹੀਂ ਆਊਗੀ। ਵਿਚ ਆਫ ਦਾ ਅਕਾਊਂਟ ਇਜ਼ ਦਾ ਰੀਅਲ ਅਕਾਊਂਟ, ਅਕਾਊਂਟਸ ਦੇ ਰੂਲ ਪੜ੍ਹੇ ਹੋਣੇ ਤੁਹਾਨੇ, ਦੱਸੋ ਇਹ 'ਚੋਂ ਕਿਹੜਾ ਅਕਾਊਂਟ ਰੀਅਲ ਹੋਏਗਾ, ਸੈਲਰੀ ਅਕਾਊਂਟ, ਬੈਂਕ ਅਕਾਊਂਟ, ਬਿਲਡਿੰਗ ਅਕਾਊਂਟ, ਗੁਡਵਿਲ ਅਕਾਊਂਟ, ਕਿਹੜਾ ਅਕਾਊਂਟ ਰੀਅਲ ਹੈ। ਦੱਸੋ ਇਹਦਾ ਆंसर ਕੀ ਹੋਏਗਾ, ਇਹਦਾ ਆंसर ਹੋਏਗਾ ਬਿਲਡਿੰਗ ਅਕਾਊਂਟ। ਠੀਕ ਹੈ, ਬੈਂਕ ਦਾ ਪਰਸਨਲ ਹੋ ਗਿਆ, ਸੈਲਰੀ ਨੋਮੀਨਲ ਅਕਾਊਂਟ ਹੋ ਗਿਆ। ਠੀਕ ਹੈ, ਜਾਂ ਤਾਂ ਬਿਲਡਿੰਗ ਹੋਏਗਾ, ਉਹਦੇ ਥੋੜਾ ਮਿਸਟੇਕ ਹੈ, ਆਈ ਥਿੰਕ ਬਿਲਡਿੰਗ ਤੇ ਗੁਡਵਿਲ ਦੋਨੋਂ ਹੋਣਗੇ। ਠੀਕ ਹੈ, गुडविल अकाउंट भी रियल अकाउंट है। ठीक है फ्रेंड्स, नहीं सॉरी, वो गुडविल अकाउंट रियल अकाउंट नहीं होएगा, गुडविल अकाउंट पर्सनल अकाउंट होएगा। गुडविल किसी पर्सन की होंगी है। ठीक है ना, पर्सनल अकाउंट होएगा, मतलब पर्सनल मतलब पर्टिकुलर 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 उस ऑर्गेनाइजेशन की गुडविल होंगी है, या तो किसी रिप्रजेंटेटिव की होंगी है। ठीक है ना, तो वो बिल्डिंग अकाउंट आएगा, सी ऑप्शन आएगा, गल डी नहीं आएगा। जे आप उसमें बिहाफ नाल लैके चलीए तो वो रियल अकाउंट गुडविल अकाउंट नहीं कहा जाएगा। ठीक है, बिल्डिंग अकाउंट कहा जाएगा। ठीक है, दो ਐਸਪੈਕਟ ਨਾਲ ਹੁੰਦੇ ਆ। ਜੇ ਗੁੱਡਵਿਲ ਅਕਾਊਂਟ ਆਪਾਂ ਕਿਸੇ ਬੰਦੇ ਦੇ ਹਿਸਾਬ ਸਿਰ ਦੇਖ ਰਹੇ ਹਾਂ ਤਾਂ ਉਸ ਬੰਦੇ ਦੀ ਉਹ ਰਿਪਰੈਜ਼ੈਂਟ ਕਰ ਰਿਹਾ ਉਸ ਬਿਜ਼ਨਸ ਨੂੰ, ਤਾਂ ਉਸ ਹਿਸਾਬ ਸਿਰ ਤਾਂ ਰੀਅਲ ਅਕਾਊਂਟ ਨਹੀਂ ਕਹਾ ਜਾਏਗਾ। ਠੀਕ ਹੈ ਨਾ, ਜਾਂ ਤਾਂ ਉਹ ਪਰਸਨਲ ਅਕਾਊਂਟ ਕਹਾ ਜਾਏਗਾ। ਠੀਕ ਹੈ, ਜੇ ਆਪਾਂ ਦੂਜਾ ਬਿਹਾਫ ਦੇਖ ਰਹੇ ਹਾਂ, ਮਤਲਬ ਕਿ ਇੱਕ ਐਸਟ ਦੇ ਹਿਸਾਬ ਸਿਰ ਦੇਖ ਰਹੇ ਹਾਂ ਆਪਾਂ। ਠੀਕ ਹੈ, ਇੱਕ ਐਸਟ ਦੇ ਹਿਸਾਬ ਸਿਰ ਦੇਖ ਰਹੇ ਹਾਂ। ਠੀਕ ਹੈ, ਉਹ ਰੀਅਲ ਅਕਾਊਂਟ ਕਹਾ ਜਾਏਗਾ। ਠੀਕ ਹੈ ਨਾ, मगर जे आप मेन सोर्स में जे पहले कोई चीज़ अवेलेबल है, बिल्डिंग अकाउंट अवेलेबल, तो आप बिल्डिंग अकाउंट नहीं ऑप्शन टिक करांगे। गुडविल अकाउंट दो एस्पैक्ट हो सकते हैं। ठीक है, और एक सिंपल गल की है तो फिर उस आप रियल अकाउंट लै सकते हैं आप। ठीक है, जे और किसी बंदे की गल की नाल की होंगी फिर गल आप किसी बिजनेस का नाम लिता होंगे फिर आप कह सकते सी। विच ऑफ द फॉलोइंग इज अ पर्सनल अकाउंट, इस केड़ा अकाउंट पर्सनल होएगा, आउटस्टैंडिंग सैलरी अकाउंट, रेंट अकाउंट, SBI अकाउंट, बैड डेट्स अकाउंट। दसो ये केड़ा ऑप्शन होएगा, ये ऑप्शन। ठीक है फ्रेंड्स, आउटस्टैंडिंग सैलरी सारे पर्सनल अकाउंट है। ठीक है, विच ऑफ द फॉलोइंग इज रिप्रजेंटेटिव पर्सनल अकाउंट, रिप्रजेंट कर रहे हूँ, दसो एक इसी पर्सनल अकाउंट, एक इसी रिप्रजेंट। ठीक है, फर्क है ना दोनों च।
ध्यान रखियो। आउटस्टैंडिंग सैलरी अकाउंट आएगा, रेंट अकाउंट आएगा, SBI अकाउंट आएगा, बैड डेट्स अकाउंट आएगा, ਜਿਹੜਾ ਹੁਣ रिप्रजेंट कर रहा है। दसो ਕਿਹੜਾ ऑप्शन ठीक होएगा? ये होएगा SBI अकाउंट। ठीक है फ्रेंड्स। विच ऑफ द फॉलोइंग इज द नॉमिनल अकाउंट? आउटस्टैंडिंग सैलरी, रेंट अकाउंट, SBI अकाउंट, डेटर्स अकाउंट, केड़ा अकाउंट नॉमिनल अकाउंट है? इसका आंसर होएगा बी, रेंट अकाउंट। ऑल एक्सपेंसिस आर डेबिट। बुक्स वेयर इन द वेरीअस अकाउंट्स आर ओपन, जिथे सब जिथे सारे अकाउंट्स ओपन होंगे ने उसनूं की कहा जाता है? सबसिडरी बुक, जनरल, लैजर, ट्रायल बैलेंस। ये होएगा लैजर। ठीक है फ्रेंड्स। विच ऑफ दिस टाइप्स ऑफ एक्सपेंडिचर विल नॉट बी ट्रीटेड एज अ कैपिटल एक्सपेंडिचर? ਕਿਹੜੇ ਚਾਰ ਆਪਸ਼ਨ ਚੋਂ ਕਿਹੜੇ ਐਕਸਪੈਂਡੀਚਰ ਹੋਣਗੇ ਜਿਹੜੇ ਕੈਪੀਟਲ ਐਕਸਪੈਂਡੀਚਰ ਨਹੀਂ ਕਹਾਏ ਜਾਣਗੇ? ਐਕੁਜੀਸ਼ਨ ਆਫ ਐਸਟ, ਐਕਸਟੈਂਸ਼ਨ ਆਫ ਐਸਟ, ਇੰਪਰੂਵਮੈਂਟ ਆਫ ਐਗਜ਼ਿਸਟਿੰਗ ਐਸਟ, ਮੇਨਟੇਨੈਂਸ ਆਫ ਐਸਟ। ਕਿਹੜਾ ਐਕਸਪੈਂਡੀਚਰ ਲੌਂਗ ਟਰਮ ਐਕਸਪੈਂਡੀਚਰ ਨਹੀਂ ਕਹਾਇਆ ਜਾਏਗਾ? ਦੱਸੋ। ਮੇਨਟੇਨੈਂਸ, ਇੰਪਰੂਵਮੈਂਟ, ਐਕਸਟੈਂਸ਼ਨ, ਐਕੁਜੀਸ਼ਨ। ये होएगा मेंटेनेंस। मेंटेनेंस ऐसा कोई एक्सपेंडिचर नहीं है जो लॉन्ग टर्मली कहा जाएगा। ठीक है फ्रेंड्स। सो डी ऑप्शन। सेल डेज बुक्स रिकॉर्ड्स, सेल डे बुक्स की रिकॉर्ड करता है? ऑल सेल्स, ऑल क्रेडिट सेल्स ऑफ मैन्युफैक्चरिंग और ट्रेडिंग गुड्स, ऑल क्रेडिट सेल्स, ओनली कैश सेल्स। ये करेगा बी, सारी क्रेडिट सेल ਨੂੰ करेगा, कैश सेल नहीं करेगा, ना क्रेडिट सेल। ऑल क्रेडिट सेल वाले तो फिक्स एसेट भी आ जाएंगी, ऑल से तो सारी ही आ जाएंगी है। ठीक है। सिर्फ बी ऑप्शन होएगा। विच ऑफ दिस अकाउंट्स इज नॉट रिक्वायर्ड फॉर बैंक रिकनसाइलेशन? ਕਿਹੜੇ ਡਾਕੂਮੈਂਟਸ ਵਿਚ ਆਫ ਦਿਸ ਡਾਕੂਮੈਂਟਸ ਇਜ਼ ਨੋਟ ਰਿਕੁਆਇਰਡ ਫॉर ਬੈਂਕ ਰਿਕਨਸਾਈਲੇਸ਼ਨ? ਕਿਹੜੇ ਡਾਕੂਮੈਂਟਸ ਆਪਾਂ ਨੂੰ ਨਹੀਂ ਜ਼ਰੂਰਤ ਹੁੰਦੇ ਜਦੋਂ ਆਪਾਂ ਬੈਂਕ ਰਿਕਨਸਾਈਲੇਸ਼ਨ ਕਰ ਰਹੇ ਹੁੰਦੇ ਆ? ਚਾਰ ਆਪਸ਼ਨ ਹੈ, ਬੈਂਕ ਆਫ ਕੈਸ਼ ਬੁੱਕ, ਬੈਂਕ ਪਾਸਬੁੱਕ, ਬੈਂਕ ਸਟੇਟਮੈਂਟ, ਟ੍ਰਾਇਲ ਬੈਲੈਂਸ। ਇਹਨਾਂ ਚਾਰਾਂ ਚੋਂ ਇੱਕ ਐਸਾ ਆਪਸ਼ਨ ਹੈ ਜਿਹੜਾ ਸਾਨੂੰ ਜਦੋਂ ਆਪਾਂ ਬੈਂਕ ਰੈਕਟੀਫਾਈ ਕਰ ਰਹੇ ਹੁੰਦੇ, ਮਤਲਬ ਰੈਕਟੀਫਾਈ ਕਹਿਣ ਦਾ ਮਤਲਬ ਸੋਰੀ, ਮਤਲਬ ਕਿ ਜਦੋਂ ਆਪਾਂ BRS ਬਣਾ ਰਹੇ ਹੁੰਦੇ ਆ, ਆਪਣੀ ਐਂਟਰੀਆਂ ਨੂੰ ਬੈਂਕ ਨਾਲ ਮਿਲਾ ਰਹੇ ਹੁੰਦੇ ਆ, ਜਾਂ ਬੈਂਕ ਦੀ ਐਂਟਰੀ ਦੇਖ ਰਹੇ ਹੁੰਦੇ ਆ ਕਿ ਕਿਹੜੀ ਐਂਟਰੀ ਅਸੀਂ ਨਹੀਂ ਪਾਈ ਤੇ ਕਿਹੜੀ ਐਂਟਰੀ ਅਸੀਂ ਪਾਈ ਹੈ ਤੇ ਜਿਹੜੀ ਬੈਂਕ ਨੇ ਨਹੀਂ ਪਾਈ, ਜਿਹੜੀ ਉਹਦੀ ਐਡਜਸਟਮੈਂਟ ਕਰ ਰਹੇ ਹੁੰਦੇ ਆ, ਤਾਂ ਉਦੋਂ ਆਪਾਂ ਕਿਹੜਾ ਡਾਕੂਮੈਂਟ ਨਹੀਂ ਦੇਖਦੇ? ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ये होएगा डी ऑप्शन। ठीक है फ्रेंड्स। ट्रायल बैलेंस आप कोई यूज़ नहीं करते जो आप बैंक रिकनसाइलेशन स्टेटमेंट बना रहे होंगे। 49 क्वेश्चन है, क्रेडिट बैलेंस एज पर कैश बुक मीन? क्रेडिट बैलेंस एज पर कैश बुक मीन मतलब की होएगा? सरप्लस कैश है, बैंक ओवरड्राफ्ट है, टर्म डिपॉजिट विद बैंक है, नन ऑफ दिस है। कैश बुक है, इसमें डबल कॉलम कैश बुक होएगी है। ठीक है ना, हिंट दे रहा मैं, तो तुहानूं आ जाना चाहिए हुण तक। सरप्लस कैश होएगा, बैंक ओवरड्राफ्ट होएगा, टर्म डिपॉजिट विद कैश विद बैंक होएगा, नन ऑफ दिस होएगा। ये होगा बैंक ओवरड्राफ्ट। ठीक है। लाइबिलिटी है ऑनर्स की, क्योंकि बैंक ओवरड्राफ्ट दे रहे हैं। जो उन्हें कला कैश बुक पूछा है, जो क्रेडिट बैलेंस पूछा है, तो हमेशा डबल कॉलम कैश बुक होएगा। सिंगल कॉलम कैश बुक से कभी भी क्रेडिट बैलेंस नहीं हो सकता, डबल कॉलम कैश बुक चाहिए क्रेडिट बैलेंस हो सकता है। ठीक है फ्रेंड्स। आज द लास्ट क्वेश्चन है, डेबिट साइड ऑफ बैंक पासबुक कोरस्पोंड्स टू? क्रेडिट साइड ऑफ कैश बुक, डेबिट साइड ऑफ द कैश बुक, डेबिट साइड ऑफ द ट्रायल बैलेंस, क्रेडिट साइड ऑफ द बैलेंस शीट। दसो। जो बैंक पासबुक का डेबिट साइड है तो कैश बुक तो की होएगा? दसो किहड़ा ऑप्शन ठीक होएगा? क्रेडिट साइड ऑफ कैश बुक होएगा, डेबिट साइड ऑफ कैश बुक होएगा, डेबिट साइड ऑफ ट्रायल बैलेंस होएगा, क्रेडिट साइड ऑफ बैलेंस शीट होएगा? ये होएगा ए ऑप्शन। तुहानूं मैं दस्सिया सी ना स्टेटमेंट, ये रिसिप्ट साइड है, ये पेमेंट साइड है। ठीक है। जो असीं उरे पेमेंट कर रहे होवांगे वो क्रेडिट साइड होणगीਆਂ। ठीक है। ये उरे आपां ठीक मन्निया। उरे बैंक पासबुक की गल करिए, बैंक पासबुक साढ़े हत्थ नहीं हुंदी, वो बैंक की स्टेटमेंट हुंदी है। बैंक की करदा हुंदा है, जो डेबिट कर रहा हुंदा है वो असीं जिहड़ियां असीं पेमेंट कढा रहे होंदे उहनूं डेबिट कर रहा हुंदा है। ठीक है। जो असीं पेमेंट जमा करा रहे होंदे उहनूं क्रेडिट करता रहिंदा है। ठीक है। तो जो बैंक पासबुक का डेबिट बैलेंस होएगा वो साड़ी कैश बुक का हमेशा की होएगा? हमेशा जो आप कढ़ाया, इस मतलब अपनी कैश बुक जब आप पेमेंट कर रहे हैं तो आप क्रेडिट बैलेंस पावांगे। ठीक है। तो उरे
ए ऑप्शन। ठीक है फ्रेंड्स, ਅੱਜ ਲਈ ਮੈਂ ਸਾਰੇ 15 ਕੁਐਸਚਨ ਲਿੱਤੇ ਨੇ ਤੇ ਮੈਂ ਤੁਹਾਨੂੰ ਜਿਹੜੇ 2 ਕੁਐਸਚਨ ਪੁੱਛੇ ਨੇ ਉਹਦਾ ਆਨਸਰ ਜ਼ਰੂਰ ਦਿਓ। ਮੈਂ ਰਿਪਲਾਈ ਕਰਾਂਗਾ, ਠੀਕ ਹੈ, ਮੈਂ ਹਰੇਕ ਬੱਚਾ ਰਿਪਲਾਈ ਕਰਾਂਗਾ ਕਿ ਕਿਹੜੇ ਬੱਚੇ ਨੇ ਸਹੀ ਆਨਸਰ ਦਿੱਤਾ ਹੈ, ਠੀਕ ਹੈ ਨਾ, ਕਿਉਂਕਿ ਮੈਂ ਤੁਹਾਡਾ ਵੀ ਪਾਰਟਿਸਿਪੇਸ਼ਨ ਚਾਹੁੰਦਾ, ਤੁਸੀਂ ਵੀ ਕੰਟਰੀਬਿਊਟ ਕਰੋ, ਠੀਕ ਹੈ ਨਾ। ਇਹ 'ਚ ਤੁਹਾਡਾ ਹੀ ਫਾਇਦਾ ਹੋਣਾ ਹੈ। ਜੇ ਤੁਹਾਨੂੰ ਨਹੀਂ ਪਤਾ ਤੁਸੀਂ ਲੱਭੋਗੇ, ਤੁਸੀਂ ਭਾਵੇਂ ਲੱਭ ਸਕਦੇ ਹੋ, ਕੋਈ ਚੱਕਰ ਨਹੀਂ ਹੈ, ਮਗਰ ਇਹਦਾ ਆਨਸਰ ਮੈਨੂੰ ਜ਼ਰੂਰ ਦਿਓ। ਇਹਦੇ ਨਾਲ ਤੁਹਾਡੀ ਇਨਫੋਰਮੇਸ਼ਨ ਵਧੇਗੀ, ਤੁਹਾਨੂੰ ਯਾਦ ਰਹੇਗਾ। ਮੈਂ ਦੱਸ ਸਕਦਾ, ਮਗਰ ਮੈਂ ਚਾਹੁੰਦਾ ਕਿ ਤੁਹਾਡਾ ਵੀ ਕੰਟਰੀਬਿਊਸ਼ਨ ਹੋਵੇ, ਠੀਕ ਹੈ ਨਾ। 2 ਕੁਐਸਚਨ ਪੁੱਛੇ ਨੇ ਮੈਨੇ, ਉਹਦਾ ਆਨਸਰ ਜ਼ਰੂਰ ਦਿਓ, ਠੀਕ ਹੈ ਫਰੈਂਡਸ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਇਹਨੂੰ ਸ਼ੇਅਰ ਕਰਿਓ, ਕਮੈਂਟ ਕਰਿਓ ਜੇ ਕੋਈ ਪ੍ਰੋਬਲਮ ਆਉਂਦੀ ਹੈ, ਠੀਕ ਹੈ ਨਾ, ਅਤੇ ਵੱਧ ਤੋਂ ਵੱਧ ਲਾਈਕ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ। ਸਭ ਤੋਂ ਜ਼ਿਆਦਾ ਸ਼ੇਅਰ ਕਰਨਾ ਆਪਾਂ ਨੇ, ਠੀਕ ਹੈ, ਵੀਡੀਓ ਨੂੰ ਪਹੁੰਚਾਉਣਾ ਬਾਕੀ ਫਰੈਂਡਸ ਤੱਕ, ਠੀਕ ਹੈ, ਬਾਕੀ ਸਟੂਡੈਂਟਸ ਤੱਕ, ਠੀਕ ਹੈ ਫਰੈਂਡਸ। ਓਕੇ, ਥੈਂਕ ਯੂ।